ਕਿਹੜੇ ਆਪਦੇ ਧਰਮ ਦੀਆਂ ਸੇਵਾ ਕਰਦੇ ਹੋ? ਕਿਹੜਾ ਧਰਮ ਸਿਖਾਉਂਦਾ ਤੁਹਾਨੂੰ ਦੂਸਰੇ ਧਰਮ ਬਾਰੇ ਮਾੜਾ? ਸ਼ਬਦਾਂ ਦੇ ਉੱਤੇ ਸ਼ਬਦ ਬੋਲੇ ਗਏ ਯਾਰ, ਸ਼ਬਦਾਂ ਦੇ ਉੱਤੇ ਸ਼ਬਦ ਬੋਲੇ ਗਏ। ਇੱਕ ਸ਼ਬਦ ਤੇ ਤਾਂ ਮੁਸਤਫਾ ਰੁਕਿਆ ਹੀ ਨਹੀਂ। खुदा की कसम इनके घर में घुस के मारूंगा। ਜਿਹੇ ਜਿਹਾ ਸਿੱਧੂ ਆ ਉਹੇ ਜਿਹਾ ਇਹ ਉਹਦਾ ਸਲਾਹਕਾਰ ਹੈ। ਹਿੰਦੂਆਂ ਦੇ ਲਈ ਕਾਂਗਰਸ ਕਦੇ ਹਾਂ ਦਾ ਨਾਰਾ ਮਾਰਨ ਵੀ ਨਹੀਂ ਆਉਂਦੀ ਯਾਰ। ਮਨਪ੍ਰੀਤ ਬਾਦਲ ਨੂੰ ਇਹ ਇਲੈਕਸ਼ਨ ਵਾਲੇ ਦਿਨ ਸ਼ਾਮ ਨੂੰ 5 ਵਜੇ ਤੱਕ ਉਹਦੇ ਕੰਨਾਂ ਦੇ ਵਿੱਚ ਗੂੰਜਦੀਆਂ ਰਹਿਣਗੀਆਂ ਇਹ ਗੱਲਾਂ ਕਿ ਇਹਨੇ ਹਿੰਦੂਆਂ ਦੀਆਂ ਧੀਆਂ ਭੈਣਾਂ ਪਰਖੀਆਂ ਸੀ। ਇਹ ਤਾਂ ਸੱਚੀ ਸਿੱਖ ਮੁਸਲਮਾਨਾਂ ਵਾਲਾ ਜਾਂ ਮੁਸਲਮਾਨ ਹਿੰਦੂਆਂ ਵਾਲਾ ਪੰਜਾਬ ਦੇ ਵਿੱਚ ਮਾਹੌਲ ਹੀ ਖਰਾਬ ਕਰ ਦਿੰਦਾ। ਜਿਹਾਦੀ ਲੱਗਦਾ ਮੈਨੂੰ ਤਾਂ ਇਹ। ਇਹਨਾਂ ਮੀਆਂ ਬੀਬੀ ਤੇ ਘੱਟੋ ਘੱਟ 20 ਸਾਲਾਂ ਲਈ ਬੈਨ ਲਾ ਦੇਣਾ ਚਾਹੀਦਾ ਇਲੈਕਸ਼ਨ ਲੜਨ ਤੇ। ਉਹ ਜ਼ਮਾਨੇ ਗਏ ਜਦੋਂ ਲੀਡਰਾਂ ਨੂੰ ਲੱਗਦਾ ਸੀ ਕੋਈ ਨਹੀਂ ਯਾਰ 2 ਮਹੀਨੇ 4 ਮਹੀਨੇ 6 ਮਹੀਨੇ ਪੈਣ ਦੋ ਤੇ ਲੋਕ ਭੁੱਲ ਜਾਣਗੇ। ਸਤਿ ਸ਼੍ਰੀ ਅਕਾਲ। ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਅਕਸਰ ਆਖਦੇ ਕਿ ਸਿਆਸਤ ਦੇ ਵਿੱਚ ਬੋਲ ਜਿਹੜੇ ਹੁੰਦੇ ਨੇ ਉਹ ਬੜੀ ਅਹਿਮੀਅਤ ਰੱਖਦੇ ਨੇ, ਪਰ ਕਈ ਵਾਰ ਹੁੰਦਾ ਹੈ ਕਿ ਚੋਣਾਂ ਵੇਲੇ ਜਦੋਂ ਇਹੀ ਬੋਲ ਹੁੰਦੇ ਨੇ ਸਿਆਸਤਦਾਨਾਂ ਦੇ ਗਲੇ ਦੀ ਹੱਡੀ ਬਣ ਜਾਂਦੇ ਨੇ। ਚਾਹੇ ਉਹ ਚੋਣਾਂ ਵੇਲੇ ਵੋਟਾਂ ਲੈਣ ਦੇ ਲਈ ਇੱਕ ਕਮਿਊਨਿਟੀ ਨੂੰ ਭਰਮਾ ਤਾਂ ਲੈਂਦੇ ਨੇ, ਪਰ ਇਹ ਬੋਲ ਕਦੋਂ ਉਹਨਾਂ ਦੇ ਗਲੇ ਦੀ ਹੱਡੀ ਬਣ ਜਾਂਦੇ ਨੇ ਇਸ ਦਾ ਕਦੇ ਪਤਾ ਨਹੀਂ ਲੱਗਦਾ। ਤੇ ਜੇਕਰ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਮਲੇਰਕੋਟਲਾ ਦੇ ਵਿੱਚ ਇੱਕ ਭਾਸ਼ਣ ਜਿਹੜਾ ਮੁਹੰਮਦ ਮੁਸਤਫਾ ਹੋਰਾਂ ਵੱਲੋਂ ਦਿੱਤਾ ਜਾਂਦਾ ਆ। ਉਸ ਭਾਸ਼ਣ ਦੇ ਵਿੱਚ ਸ਼ਬਦਾਵਲੀ ਕੁਛ ਇੱਦਾਂ ਦੀ ਵਰਤੀ ਜਾਂਦੀ ਆ ਕਿ ਜੇ ਸ਼ਬਦਾਵਲੀ ਦੇ ਨਾਲ ਉਹਨਾਂ ਦੇ ਕੋਲੇ ਖੜੇ ਲੋਕ ਤਾਂ ਹੁੱਕਾਂ ਜ਼ਰੂਰ ਮਾਰਦੇ ਨੇ, ਕੋਲੇ ਖੜੇ ਲੋਕ ਤਾਂ ਤਾੜੀਆਂ ਜ਼ਰੂਰ ਮਾਰਦੇ ਨੇ, ਪਰ ਹਿੰਦੂ ਭਾਈਚਾਰੇ ਦੇ ਲਈ ਕਿਸ ਤਰ੍ਹਾਂ ਦੇ ਸ਼ਬਦ ਹੁੰਦੇ ਨੇ ਤਾਂ ਸ਼ਾਇਦ ਮੈਂ ਕੈਮਰੇ ਦੇ ਅੱਗੇ ਵੀ ਨਾ ਦੱਸ ਸਕਾਂ। ਤੇ ਉਸ ਤੋਂ ਬਾਅਦ ਜਿਹੜੇ ਆ ਹਰ ਇੱਕ ਪਾਰਟੀ ਦੇ ਜਿਹੜੇ ਨੇਤਾ ਨੇ, ਪਾਰਟੀ ਦੇ ਲੀਡਰ ਨੇ, ਉਹਨਾਂ ਦੇ ਖਿਲਾਫ ਜਿਹੜੇ ਹੋ ਜਾਂਦੇ ਨੇ ਤੇ ਉਹਨਾਂ ਵੱਲੋਂ ਵੱਖੋ-ਵੱਖ ਤਰੀਕੇ ਦੇ ਨਾਲ ਟਵੀਟ ਕੀਤੇ ਜਾਂਦੇ ਨੇ, ਬਿਆਨ ਜਿਹੜੇ ਆ ਦਿੱਤੇ ਜਾਂਦੇ ਨੇ। ਤੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਹਿੰਦੂ ਭਾਈਚਾਰੇ ਵੱਲੋਂ ਜਿਹੜੇ ਉਹਨਾਂ ਦੇ ਪੁਤਲੇ ਨੇ ਉਹ ਵੀ ਫੂਕੇ ਗਏ ਨੇ। ਇਸ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਐਡਵੋਕੇਟ ਸੰਦੀਪ ਪਾਠਕ ਹੋਣਗੇ ਕਿ ਸ਼ਬਦਾਂ ਦੀ ਮਰਿਆਦਾ ਜਿਹੜੇ ਆ ਲੀਡਰ ਲੋਕ ਕਿਉਂ ਭੁੱਲਦੇ ਨੇ, ਕੀ ਕਾਰਨ ਹੁੰਦਾ ਹੈ ਕਿ ਲੀਡਰ ਲੋਕ ਸ਼ਬਦਾਂ ਦੀ ਮਰਿਆਦਾ ਭੁੱਲ ਜਾਂਦੇ ਨੇ। ਜਿਨ੍ਹਾਂ ਵੋਟਰਾਂ ਨੇ ਉਹਨਾਂ ਨੂੰ ਚੁਣਿਆ ਹੁੰਦਾ ਆ ਤਾਂ ਉਹਨਾਂ ਵੋਟਰਾਂ ਦੇ ਹੀ ਦਿਲਾਂ ਦੇ ਉੱਪਰ ਠੇਸ ਪਹੁੰਚਦੀ ਆ। ਪਾਠਕ ਸਾਹਿਬ ਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਜਿਹੜੀ ਆ ਵਿਚਾਰ ਚਰਚਾ ਕਰਾਂਗੇ। ਪਾਠਕ ਸਾਹਿਬ ਸਵਾਗਤ ਹੈ ਤੁਹਾਡਾ। ਧੰਨਵਾਦ ਜਸ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ, ਤੁਹਾਡੇ ਸਰੋਤਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਹਿੰਦੂਆਂ ਦੇ ਉੱਤੇ ਇਹੋ ਜਿਹੀ ਕੀਤੀ ਗਈ ਟਿੱਪਣੀ ਦੇ ਲਈ ਮੌਕਾ ਦਿੱਤਾ ਆਪਦਾ ਪੱਖ ਰੱਖਣ ਦਾ। ਤੁਸੀਂ ਜਿਵੇਂ ਗੱਲ ਦੱਸ ਰਹੇ ਸੀ ਵੀ ਇੱਕ ਕਈ ਵਾਰ ਕੀ ਹੁੰਦਾ, ਆਪਾਂ ਇੱਕ ਧਰਮ ਵਿਸ਼ੇਸ਼ ਨੂੰ ਤਾਂ ਭਰਮਾ ਲੈਂਦੇ ਹਾਂ ਵੋਟਾਂ ਇਕੱਠੀਆਂ ਕਰਨ ਦੇ ਲਈ, ਪਰ ਦੂਸਰੇ ਧਰਮ ਨੂੰ ਆਪਦੇ ਖਿਲਾਫ ਕਰ ਬੈਠਦੇ ਹਾਂ ਜੀ। ਉਹਦੇ ਵਿੱਚ ਦੇਖੋ 2 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜੀ। ਜਦੋਂ ਆਪਾਂ ਕਦੇ ਵੀ ਕਿਸੇ ਆਵੇਸ਼ ਦੇ ਵਿੱਚ ਆਏ ਵੇ ਹੁੰਦੇ ਹਾਂ, ਖੁਸ਼ੀ ਦੇ ਵਿੱਚ ਹੁੰਦੇ ਹਾਂ, ਗਮੀ ਦੇ ਵਿੱਚ ਹੁੰਦੇ ਹਾਂ, ਕੁਝ ਗੱਲਾਂ ਆਪਣੇ ਤੋਂ ਗਲਤੀ ਨਾਲ ਬੋਲੀਆਂ ਜਾਂਦੀਆਂ। ਮੈਂ ਕਹਿੰਦਾ ਇਹ ਸਮਾਜ ਜਿਹੜਾ, ਦੇਖੋ ਤੁਸੀਂ ਖੁੱਲ੍ਹੇ ਵਿਚਾਰਾਂ ਦੇ ਹੋਣੇ ਚਾਹੀਦੇ ਹੋ, ਹਰੇਕ ਜਗ੍ਹਾ ਮਾਫੀ ਲਈ ਜਗ੍ਹਾ ਹੋਣੀ ਚਾਹੀਦੀ ਹੈ। ਇਨਸਾਨ ਗਲਤੀਆਂ ਦਾ ਪੁਤਲਾ, ਇਨਸਾਨ ਤੋਂ ਗਲਤੀਆਂ ਹੁੰਦੀਆਂ, ਪਰ ਇੱਕ ਬੰਦਾ ਜਦੋਂ ਗਲਤੀਆਂ ਕਰਦਾ ਉਹ ਤੋਂ ਇੱਕ ਵਾਰ ਗਲਤੀ ਨਹੀਂ ਹੋਈ ਕਿ ਇਹ ਕਿੱਥੋਂ ਆ ਗਏ, ਇਹ ਫਤੂਨੇ ਕਿੱਥੋਂ ਆ ਗਏ। ਉਹ ਕਹਿ ਰਿਹਾ ਮੈਂ ਇਹਨਾਂ ਦੇ ਘਰੇ ਵੜ ਜੂੰਗਾ, ਮੈਂ ਇਹਨਾਂ ਲਈ ਬਹੁਤ ਮੁਸ਼ਕਿਲਾਂ ਖੜੀਆਂ ਕਰ ਦੂੰਗਾ, ਮੈਂ ਹਾਲਾਤ ਇਹੋ ਜਿਹੇ ਪੈਦਾ ਕਰ ਦੂੰਗਾ ਪੰਜਾਬ ਦੇ ਵਿੱਚ, ਇਹਨਾਂ ਨੂੰ ਮਤਲਬ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਊਗਾ, ਇਹਨਾਂ ਦੇ ਜਿਹੜੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਜਾਣਗੇ। ਤਾਂ ਇੱਕ ਜਿਹੜਾ ਇੱਕ IPS ਆਫਿਸਰ ਹੈ, IPS ਆਫਿਸਰ ਫਿਰ ਜਿਹਨੇ ਇਹੋ ਜਿਹੇ ਪੰਜਾਬ ਦੇ ਅੱਤਵਾਦ ਦੇ ਕਾਲੇ ਦੌਰ ਦੇ ਦੌਰਾਨ ਜਿਹਨੇ ਕੰਮ ਕੀਤਾ, ਜਿਹਦੀ ਜ਼ਿਆਦਾ ਸਰਵਿਸ ਅੱਤਵਾਦ ਦੇ ਕਾਲੇ ਦੌਰ ਦੇ ਦੌਰਾਨ ਰਹੀ ਹੈ, ਜਿਹੜਾ ਇੱਕ ਪੰਜਾਬ ਪੁਲਿਸ ਦਾ ਸੀਨੀਅਰ ਮੋਸਟ ਮਤਲਬ ਹੋ ਕੇ ਰਿਟਾਇਰ ਹੋਇਆ, ਜਿਹਨੂੰ ਉਸ ਤੋਂ ਬਾਅਦ ਮਤਲਬ ਹਿਊਮਨ ਰਾਈਟਸ ਦਾ ਚੇਅਰਮੈਨ ਤੱਕ ਲਾਇਆ ਗਿਆ। ਦੇਖੋ ਜਿਹੜੇ ਲੋਕ ਹੁੰਦੇ ਆ ਨਾ, ਕੁਛ ਤੁਹਾਡੇ ਚੀਜ਼ਾਂ ਸੁਭਾਅ ਦੇ ਵਿੱਚ ਹੁੰਦੀਆਂ, ਚਾਹੇ ਤਾਂ ਇਹਨੇ ਅੱਤਵਾਦ ਦੇ ਵੇਲੇ ਜੋ ਵੀ ਇਹਦੇ 'ਤੇ ਇਲਜ਼ਾਮ ਲੱਗਦੇ ਰਹੇ ਹੈ ਕਿ ਇਹਨੇ ਅੱਤਵਾਦ ਦੇ ਵੇਲੇ ਮਤਲਬ ਸਿੱਖ ਬੱਚਿਆਂ ਦੇ ਨਾਲ ਜਾਂ ਆਪਦੇ ਰੈਂਕ ਵਧਾਉਣ ਦੇ ਲਈ, ਆਪਦੇ ਮੈਡਲਾਂ ਲਈ ਇਹਨਾਂ ਨੇ ਜਿਹੜਾ ਕੁਛ ਗਲਤ ਕੀਤਾ ਉਹ ਜਗ ਜ਼ਾਹਰ ਹੈ, ਉਹਦੇ ਬਾਰੇ ਮੈਨੂੰ ਕੁਛ ਦੱਸਣ ਦੀ ਲੋੜ ਨਹੀਂ। ਪਰ ਇਸ ਬੰਦੇ ਨੇ ਜੋ ਹਿੰਦੂਆਂ ਦੇ ਬਾਰੇ ਜ਼ਹਿਰ ਉਗਲਿਆ,
ਇਹ ਜੇ ਦੇਖੋ, ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕੋਈ ਵੀ ਇਹ ਅਨਪੜ੍ਹਤਾ ਸੀ ਜੀ, ਇਹ ਆਵੇਸ਼ 'ਚ ਆ ਕੇ ਬੰਦਾ ਬੋਲ ਗਿਆ। ਇੱਕ ਦੇਖੋ 59-60 ਸਾਲਾਂ ਦਾ ਬੰਦਾ, ਐਕਸਪੀਰੀਅੰਸ ਹੋਲਡਰ ਬੰਦਾ, ਜਿਹਨੇ ਪੰਜਾਬ ਦੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਫੋਰਸ ਦੇ ਲਈ ਕੰਮ ਕੀਤਾ, ਜਿਹੜਾ ਬੰਦਾ ਮਤਲਬ 30-32 ਸਾਲ, ਜਿਹਦੀ 34 ਸਾਲ ਸਰਵਿਸ ਰਹੀ ਹੋਵੇ ਪੰਜਾਬ ਪੁਲਿਸ ਦੀ, ਉਹੇ ਜਿਹੇ ਬੰਦੇ ਵੱਲੋਂ ਤੁਹਾਡਾ ਮਨ ਮੰਨਦਾ ਕਿ ਉਹਦੇ ਤੋਂ ਇਹ ਆਵੇਸ਼ ਦੇ ਵਿੱਚ ਆ ਕੇ ਬੋਲੇ ਗਏ ਸ਼ਬਦ? ਮੈਨੂੰ ਤਾਂ ਇਹ ਲੱਗਦਾ ਕਿ ਇਹ ਮਤਲਬ ਇੱਕ ਧਰਮ ਵਿਸ਼ੇਸ਼ ਨੂੰ, ਇੱਕ ਗਰੁੱਪ ਨੂੰ ਉਹਦੇ ਵਿੱਚ ਸ਼ਾਇਦ ਹਿੰਦੂਆਂ ਦੇ ਪ੍ਰਤੀ ਇੰਨੀ ਨਫ਼ਰਤ ਹੈ ਕਿ ਹਿੰਦੂਆਂ ਦੇ ਬਾਰੇ ਸੁਣ ਕੇ ਉਹ ਲੋਕ ਵੀ ਖੁਸ਼ ਹੋ ਗਏ, ਅਤੇ ਉਹਨਾਂ ਲੋਕਾਂ ਨੂੰ ਖੁਸ਼ ਕਰਨ ਦੇ ਲਈ, ਭਰਮਾਉਣ ਦੇ ਲਈ ਸ਼ਬਦਾਂ ਦੇ ਉੱਤੇ ਸ਼ਬਦ ਬੋਲੇ ਗਏ। ਯਾਰ ਸ਼ਬਦਾਂ ਦੇ ਉੱਤੇ ਸ਼ਬਦ ਬੋਲੇ ਗਏ, ਇੱਕ ਸ਼ਬਦ 'ਤੇ ਤਾਂ ਮੁਸਤਫਾ ਰੁਕਿਆ ਹੀ ਨਹੀਂ, ਹੈ ਨਾ। ਅਤੇ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਹੈ ਇਹਦੇ ਵਿੱਚ, ਮਤਲਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ, ਉਹਦੇ ਵੱਲੋਂ ਕੋਈ ਪ੍ਰਤੀਕਰਮ ਨਹੀਂ ਇਹਦੇ ਉੱਤੇ ਆਇਆ ਹਜੇ। ਮਤਲਬ ਸਭ ਤੋਂ ਵੱਡੀ ਦੁਰਭਾਗਯਪੂਰਨ ਇਹੀ ਗੱਲ ਹੈ। ਫਿਰ ਇਹਦੇ ਵਿੱਚ ਗੱਲ ਆਉਂਦੀ ਹੈ ਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਹ ਹਿੰਦੂਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹਰ ਵਾਰ? ਤੁਹਾਨੂੰ ਪੱਤਰਕਾਰਤਾ ਕਰਦਿਆਂ ਨੂੰ ਮੈਨੂੰ ਲੱਗਦਾ 5-7 ਸਾਲ ਹੋ ਗਏ, 8 ਸਾਲ। ਤੁਸੀਂ ਇਹਨਾਂ 5-7 ਸਾਲ, 8 ਸਾਲਾਂ ਦੇ ਵਿੱਚ ਹੀ ਆਪਾਂ ਜਾਈਏ, ਹਿੰਦੂਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ? ਇੱਕ ਸਪੈਸੀਫਿਕ ਪਾਰਟੀ ਵੱਲੋਂ ਹੀ ਕਿਉਂ ਕੀਤਾ ਜਾ ਰਿਹਾ? ਤੁਸੀਂ ਦੇਖੋ, ਪਹਿਲਾਂ ਜਿਵੇਂ ਹੁਣ ਬਠਿੰਡੇ ਦੀ ਘਟਨਾ ਲਾ ਲਓ, ਤੁਹਾਡੇ ਧਿਆਨ ਦੇ ਵਿੱਚ ਹੈ। ਬਠਿੰਡੇ ਜਿਹੜਾ ਸਾਡਾ MLA ਹੈ, ਦੁਰਭਾਗਯਪੂਰਨ ਜਿਹੜੀ ਬਠਿੰਡੇ ਵਾਲਿਆਂ ਦੀ ਗਲਤੀ ਪੂਰੇ ਪੰਜਾਬ ਨੂੰ ਭੁਗਤਣੀ ਪਈ, ਅਤੇ ਉਹ ਗਲਤੀ ਕਰਨ ਦੇ ਵਿੱਚ ਮੈਂ ਵੀ ਸ਼ਾਮਲ ਸੀਗਾ ਕਿਸੇ ਵੇਲੇ, ਮੈਂ ਵੀ ਇਹਨੂੰ ਸਪੋਰਟ ਕੀਤੀ ਸੀ। ਇਹ ਬਦਕਿਸਮਤੀ ਆ ਸਾਡੀ, ਕੋਈ ਪਾਪ ਕੀਤਾ ਬਠਿੰਡੇ ਵਾਲਿਆਂ ਦਾ, ਅੱਗੇ ਆਇਆ ਜਿਹੜਾ ਇਹ ਮਨਪ੍ਰੀਤ ਸਿੰਘ ਬਾਦਲ ਨੂੰ ਅਸੀਂ ਇੱਥੋਂ ਚੁਣਿਆ। ਇਹਨੂੰ ਗਲਤੀ ਹੋ ਗਈ ਸਾਡੇ ਤੋਂ, ਇਹਨੂੰ ਅਸੀਂ ਚੁਣ ਲਿਆ ਕਿਉਂਕਿ ਮੇਰਾ, ਜਿਵੇਂ ਤੁਹਾਨੂੰ ਮੈਂ ਦੱਸਦਾ, ਮੇਰਾ ਦਾਸ ਜੀ ਨਾਲ ਪਿਆਰ ਸੀ, ਇਹਦੇ ਫਾਦਰ ਸਾਹਿਬ ਨਾਲ, ਮਨਪ੍ਰੀਤ ਦੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਸੀ, ਉਹਦੇ ਕਰਕੇ ਮਦਦ ਕੀਤੀ ਅਸੀਂ, ਚਲੋ ਹੁੰਦੀ ਹੈ ਨਾ। ਪਰ ਇਸ ਬੰਦੇ ਦੀ ਜਦੋਂ ਹਿੰਦੂਆਂ ਦੇ ਬਾਰੇ ਸੋਚ ਮੇਰੇ ਸਾਹਮਣੇ ਆਈ, ਜਦੋਂ ਇਸ ਬੰਦੇ ਦਾ ਮਤਲਬ ਲੋਕਾਂ ਦੇ ਪ੍ਰਤੀ ਜੋ ਵਿਚਾਰ ਨੇ, ਚਾਹੇ ਗਵਰਨਮੈਂਟ ਇੰਪਲੋਇਜ਼ ਦੇ ਪ੍ਰਤੀ ਜੋ ਇਹਦੇ ਵਿਚਾਰ ਨੇ, ਚਾਹੇ ਤੁਸੀਂ ਦੇਖੋ ਕਿ ਕਿਸੇ ਧਰਮ ਵਿਸ਼ੇਸ਼ ਦੇ ਪ੍ਰਤੀ ਇਹਦੇ ਵਿਚਾਰ ਨੇ, ਚਾਹੇ ਜੋ ਇਹਦੀ ਰਾਜ ਕਰਨ ਦੀ ਜਿਹੜੀ ਨੀਤੀ ਹੈ, ਇਹ ਰਾਜ ਕਰਨ ਲਈ, ਸੱਤਾ ਵਿੱਚ ਰਹਿਣ ਲਈ ਬੰਦਾ ਕਿਸੇ ਹੱਦ ਤੱਕ ਵੀ ਜਾ ਸਕਦਾ। ਤੁਸੀਂ ਦੇਖੋ, ਇਹਦੇ ਇੱਕ MC ਨੇ, ਸੁਖਰਾਜ ਔਲਖ, 42 ਨੰਬਰ ਵਾਰਡ ਦਾ ਬਠਿੰਡੇ MC ਹੈ। ਉਹਨੇ ਕਿਹਾ ਕਿ ਹਿੰਦੂਆਂ ਦੀਆਂ ਟਕੇ 'ਤੇ ਵਿਕਦੀਆਂ ਸੀ ਗਜਨੀ ਦੇ ਬਾਜ਼ਾਰ ਵਿੱਚ, ਉਹ ਛਾਂਟ ਕੇ ਲੈ ਜਾਂਦੇ ਸੀ। ਮੈਨੂੰ ਜਦੋਂ ਮੈਂ ਇਹਦੇ ਮੁਸਤਫਾ ਦੀ ਸਟੇਟਮੈਂਟ ਸੁਣੀ, ਉੱਥੇ ਸਪੀਚ ਇਹਦੀ ਸੁਣੀ, ਤਾਂ ਮੈਨੂੰ ਉਹੀ ਦਿਖ ਰਿਹਾ ਸੀ ਇਹਦੇ ਵਿੱਚੋਂ ਸੁਖਰਾਜ ਔਲਖ। ਫਿਰ ਮੈਨੂੰ ਇਹਦੇ ਵਿੱਚ ਉਹੀ ਕਾਂਗਰਸ ਪਾਰਟੀ ਦਿਖ ਰਹੀ ਸੀ ਕਿ ਇਹ ਕਾਂਗਰਸ ਪਾਰਟੀ ਦੀ ਗੁੜਤੀ ਇਹੋ ਜਿਹੀ ਹੈ। ਕਾਂਗਰਸ ਪਾਰਟੀ ਦੀ ਜਿਹੜੀ ਆਪਦੇ ਲੀਡਰਾਂ ਨੂੰ, ਜਿਹੜੀ ਆਪਦੇ ਨੇਤਾਵਾਂ ਨੂੰ, ਮਤਲਬ ਉਹ ਗੁੜਤੀ ਇਸ ਚੀਜ਼ ਦੀ ਦੇ ਰਿਹਾ ਵੀ ਹਿੰਦੂਆਂ ਦੇ ਖਿਲਾਫ ਬੋਲਣਾ ਤੁਸੀਂ। ਜੇ ਸਾਰੀਆਂ ਪਾਰਟੀਆਂ ਨੇ ਇੱਕ ਸਿਸਟਮ ਬਣਾ ਲਿਆ ਕਿ ਜਿੱਥੇ ਤੁਸੀਂ ਜਾਣਾ, ਉੱਥੇ ਜਿਹੜੇ ਸਮਾਜ ਦੀ ਵੋਟ ਵੱਧ ਹੈ ਉਹਨੂੰ ਪੁਚਕਾਰ ਲਓ, ਅਤੇ ਜਿਹੜਿਆਂ ਦੀ ਘੱਟ ਹੈ ਅਤੇ ਉਹਨਾਂ ਦੇ ਆਹੂ ਲਾ ਦਿਓ, ਜਾਂ ਉਹਨਾਂ ਬਾਰੇ ਜਿਹੋ ਜਿਹੀਆਂ ਸ਼ਬਦਾਵਲੀਆਂ ਬੋਲਣੀਆਂ ਬੋਲੋ। ਸੁਖਰਾਜ ਔਲਖ ਦੇ ਖਿਲਾਫ ਅਸੀਂ ਕਾਰਵਾਈ ਲਈ ਮਨਪ੍ਰੀਤ ਨੂੰ ਵੀ ਅਪਰੋਚ ਕੀਤਾ, ਜੋ ਨੂੰ ਅਪਰੋਚ ਕੀਤਾ, ਇਹਨਾਂ ਦੇ ਹੋਰ ਵੀ ਕਾਂਗਰਸੀ ਲੀਡਰਾਂ ਨੂੰ ਅਪਰੋਚ ਕੀਤਾ, ਸਭ ਦੇ ਹੱਥ ਖੜੇ ਹੋ ਗਏ। ਤੁਸੀਂ ਦੇਖੋ, ਮਨਪ੍ਰੀਤ ਸਿੰਘ ਬਾਦਲ ਜਿਹੜੇ ਬੰਦੇ ਨੇ ਹਿੰਦੂ ਸਮਾਜ ਦੀਆਂ ਧੀਆਂ ਭੈਣਾਂ ਨੂੰ ਟਕੇ 'ਤੇ ਵਿਕਣ ਵਾਲੀਆਂ ਦੱਸੀਆਂ, ਜਿਹੜਾ ਉਹਨੇ ਕਿਹਾ ਗਜਨੀ ਦੇ ਬਾਜ਼ਾਰ ਵਿੱਚ ਛਾਂਟ ਕੇ ਲੈ ਕੇ, ਮਤਲਬ ਮੈਂ ਕੀ ਸ਼ਬਦ ਤੁਹਾਨੂੰ ਇੱਥੇ ਬੋਲਾਂ, ਉਹ ਮਨਪ੍ਰੀਤ ਸਿੰਘ ਬਾਦਲ ਉਹ ਸੁਖਰਾਜ ਔਲਖ ਦੇ ਲਈ ਕੰਧ ਬਣ ਕੇ ਖੜ੍ਹ ਗਿਆ ਕਾਨੂੰਨ ਦੇ ਮੂਹਰੇ। ਔਰ ਮੈਨੂੰ ਪੰਜਾਬ ਪੁਲਿਸ ਇੰਨੀ ਲਾਚਾਰ ਕਦੇ ਨਹੀਂ ਲੱਗੀ ਜਿੰਨੀ ਉਦੋਂ ਮੈਂ ਪੰਜਾਬ ਪੁਲਿਸ ਦੀ ਲਾਚਾਰਤਾ ਦੇਖ ਰਿਹਾ ਸੀ। ਤਾਂ ਇਹ ਕਾਂਗਰਸੀ ਜਾ ਕਿੱਧਰ ਰਹੇ ਨੇ? ਦੇਖੋ, ਮੈਂ ਕਿਸੇ ਪਾਰਟੀ ਵਿਸ਼ੇਸ਼ ਨਾਲ ਉਹ ਨਹੀਂ ਹੈਗਾ। ਅੱਜ ਅਸੀਂ ਪ੍ਰੋਗਰਾਮ ਕੀਤਾ, ਉੱਥੇ ਤੁਹਾਨੂੰ ਮੈਂ ਮੈਸੇਜ ਦਿਖਾ ਸਕਦਾ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੂੰ ਸਭ ਤੋਂ ਪਹਿਲਾਂ ਮੈਂ ਮੈਸੇਜ ਭੇਜਿਆ ਸੱਦੇ ਲਈ ਕਿ ਮੁਸਤਫਾ ਦਾ ਅਸੀਂ ਪੁਤਲਾ ਫੂਕਣ ਜਾ ਰਹੇ ਹਾਂ, ਉਹਦਾ ਵਿਰੋਧ ਕਰਾਂਗੇ, ਤੁਸੀਂ ਉੱਥੇ ਪਹੁੰਚੋ। ਉਸ ਤੋਂ ਬਾਅਦ ਆਪ ਨੂੰ ਕੀਤਾ, ਅਕਾਲੀ ਦਲ ਨੂੰ ਕੀਤਾ, BJP ਨੂੰ ਕੀਤਾ। ਜਿਹੜਾ ਅਸੀਂ ਹਿੰਦੂ ਮਹਾਗਠਬੰਧਨ ਬਣਾਇਆ, ਹਿੰਦੂ ਮਹਾਗਠਬੰਧਨ ਨੂੰ ਅਸੀਂ ਪੰਜਾਬ ਵਿੱਚ ਹੌਲੀ ਕਾਮਯਾਬ ਕਰਦੇ ਜਾ ਰਹੇ ਹਾਂ। ਹੁਣ 8-9 ਜ਼ਿਲ੍ਹਿਆਂ ਦੇ ਵਿੱਚ ਇਹਦਾ ਪੂਰਾ ਵਿਸਤਾਰ ਹੋ ਚੁੱਕਿਆ ਹਿੰਦੂ ਮਹਾਗਠਬੰਧਨ ਦਾ। ਉਹ ਇਸੇ ਲਈ ਬਣਾਇਆ ਗਿਆ ਸੀ ਕਿ ਸਾਰੇ ਸੰਗਠਨ ਇੱਕ ਸਾਡੇ ਝੰਡੇ ਥੱਲੇ ਇਕੱਠੇ ਹੋ ਜਾਣ। ਹਿੰਦੂ ਮਹਾਗਠਬੰਧਨ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੁਨੇਹਾ ਦਿੱਤਾ, ਸਾਰੇ ਹੀ ਹਿੰਦੂ ਸੰਗਠਨਾਂ ਨੂੰ ਸੁਨੇਹਾ ਦਿੱਤਾ। ਪਰ ਤੁਸੀਂ ਦੇਖੋ, ਕਾਂਗਰਸ ਦੀ, ਮੈਂ ਕਹਿੰਦਾ ਸਾਡੇ ਪਰਿਵਾਰ ਦੇ ਕਿਸੇ ਬੰਦੇ ਤੋਂ ਗਲਤੀ ਹੋ ਜੇ ਤਾਂ ਜਿਹੜੇ ਵੱਡੇ ਹੁੰਦੇ ਆ ਜਾਂ ਹੋਰ ਪਰਿਵਾਰ ਦੇ ਮੈਂਬਰ ਹੁੰਦੇ, ਉਹ ਗਲਤੀ ਨੂੰ ਸੁਧਾਰਦੇ ਆ,
ਉਹ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਕਾਂਗਰਸ ਪਾਰਟੀ ਐਡੀ ਹੰਕਾਰੀ ਵੀ ਹੈ, ਐਡਾ ਇਹਨਾਂ ਦੇ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ। ਪੂਰੇ ਪੰਜਾਬ ਦੇ ਵਿੱਚ ਖਬਰ ਇੰਨੀ ਵਾਇਰਲ ਹੋ ਗਈ, ਦੇਖੋ ਅੱਗ ਵਾਂਗੂ ਫੈਲ ਗਈ। ਡੀਜੀਪੀ ਮੁਸਤਫਾ ਦੇ ਉੱਤੇ ਪਰਚਾ ਵੀ ਹੋ ਗਿਆ। ਨਵਜੋਤ ਸਿੰਘ ਸਿੱਧੂ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ, ਇੱਕ ਸਿੰਗਲ ਸਟੇਟਮੈਂਟ ਨਹੀਂ ਆਈ। ਉਹਨਾਂ ਦੇ ਸਲਾਹਕਾਰ ਵੀ ਮੁਹੰਮਦ ਮੁਸਤਫਾ ਦੇ ਸਲਾਹਕਾਰ ਵੀ ਨੇ। ਤਾਂ ਫਿਰ ਜਿਹੇ ਜੀ ਕੋਕੋ ਉਹੇ ਜੀ ਕੋਕੋ ਦੇ ਬੱਚੇ ਜੀ। ਮੈਨੂੰ ਤਾਂ ਇਹੀ ਲੱਗਦਾ ਕਿ ਜਿਹੇ ਜਿਹਾ ਸਿੱਧੂ ਆ ਉਹੇ ਜਿਹਾ ਇਹ ਉਹਦਾ ਸਲਾਹਕਾਰ ਹੈ। ਤੇ ਮੈਨੂੰ ਲੱਗਦਾ ਸਲਾਹਕਾਰ ਦੇ ਨਾਲ ਕੰਧ ਬਣ ਕੇ ਨਵਜੋਤ ਸਿੱਧੂ ਖੜ ਗਿਆ, ਉਹਦੀ ਕੋਈ ਸਿੰਗਲ ਸਟੇਟਮੈਂਟ ਨਹੀਂ। ਉਸ ਤੋਂ ਬਾਅਦ ਬਠਿੰਡਾ ਤੁਸੀਂ ਕਾਂਗਰਸ ਕਮੇਟੀ ਨੂੰ ਦੇਖ ਲਓ, ਬਠਿੰਡਾ ਕਾਂਗਰਸ ਕਮੇਟੀ ਵੱਲੋਂ ਇੱਕ ਵੀ ਬੰਦਾ ਉਸ ਧਰਨੇ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਨ ਆਇਆ ਯਾਰ। ਇਹ ਕਹਿਣ ਅਸੀਂ ਜੇ ਇਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਸੱਦਾ ਪੱਤਰ ਦਿੱਤਾ ਨਾ, ਉੱਥੇ ਆ ਕੇ ਪੱਖ ਰੱਖਦੇ ਵੀ ਜੇ ਸਾਡੇ ਕਿਸੇ ਭਰਾ ਤੋਂ ਗਲਤੀ ਹੋਈ ਹੈ ਅਸੀਂ ਗਲਤੀ ਮੰਨਦੇ ਹਾਂ, ਤੇ ਇਹ ਗਲਤ ਹੋਇਆ ਬਿਲਕੁਲ। ਹਿੰਦੂਆਂ ਦੇ ਲਈ ਕਾਂਗਰਸ ਕਦੇ ਹਾਂ ਦਾ ਨਾਰਾ ਮਾਰਨ ਵੀ ਨਹੀਂ ਆਉਂਦੀ ਯਾਰ। ਮਨਪ੍ਰੀਤ ਬਾਦਲ ਦਾ ਅਸੀਂ ਜਨਮਾਸ਼ਟਮੀ ਤੇ ਬਾਈਕਾਟ ਕਰਤਾ ਸੁਖਰਾਜ ਔਲਖ ਕਰਕੇ। ਉਹਨੂੰ ਅਸੀਂ ਕਿਹਾ ਵੀ ਤੇਰਾ ਇਲੈਕਸ਼ਨਾਂ ਤੱਕ ਅਸੀਂ ਵਿਰੋਧ ਕਰਾਂਗੇ। ਰੈਗੂਲਰ ਹਿੰਦੂ ਸਮਾਜ ਮਨਪ੍ਰੀਤ ਬਾਦਲ ਦਾ ਵਿਰੋਧ ਕਰਦਾ ਆ ਰਿਹਾ। ਤੁਸੀਂ ਦੇਖੋ ਮਨਪ੍ਰੀਤ ਬਾਦਲ ਨੇ ਸੁਖਰਾਜ ਔਲਖ ਦੇ ਵਿਸ਼ੇ 'ਤੇ ਕੋਈ ਗੱਲ ਹੀ ਨਹੀਂ ਕੀਤੀ। ਇੰਨਾ ਸੱਤਾ ਦਾ ਨਸ਼ਾ ਸਿਰ ਚੜ੍ਹ ਚੁੱਕਿਆ ਮਨਪ੍ਰੀਤ ਬਾਦਲ ਦੇ। ਤੁਸੀਂ ਮੈਂ ਕਹਿੰਦਾ ਤੁਸੀਂ ਕਿਸੇ ਵਿਸ਼ੇ 'ਤੇ ਪੱਤਰਕਾਰ ਤੁਸੀਂ ਲੈ ਜਾਓ ਤੁਹਾਡੇ, ਤੁਸੀਂ ਉਹ ਤੋਂ ਸ਼ਰਾਬ ਮਾਫੀਆ ਵਾਲੇ ਕੰਮ 'ਤੇ ਬਿਆਨ ਲੈ ਕੇ ਦੇਖ ਲਓ। ਮੈਨੂੰ ਤੁਸੀਂ ਦੱਸ ਦਿਓ, ਅੱਜ ਬੈਠੇ ਹੋ ਇੱਥੇ ਇਹ ਚੈਨਲ ਮਾਧਿਅਮ 'ਤੇ ਮੈਂ ਤੁਹਾਡੇ ਤੋਂ ਵੀ ਸਵਾਲ ਕਰਨਾ ਚਾਹੂੰਗਾ, ਮਨਪ੍ਰੀਤ ਬਾਦਲ ਨੇ ਕੀ ਸੁਲਗ ਦੇ ਮੁੱਦਿਆਂ ਦੇ ਉੱਤੇ ਅੱਜ ਤੱਕ ਕੋਈ ਸਟੇਟਮੈਂਟ ਦਿੱਤੀ ਹੈ? ਤੁਹਾਨੂੰ ਕੋਈ ਇੰਟਰਵਿਊ ਦੇਣ ਨੂੰ ਤਿਆਰ ਹੋਇਆ? ਤੁਸੀਂ ਹਰੇਕ ਅਖਬਾਰ ਹਰੇਕ ਜਿਹੜਾ ਇਲੈਕਟ੍ਰੋਨਿਕ ਮੀਡੀਆ ਤੁਹਾਡਾ, ਉਹਦੇ 'ਤੇ ਹਰੇਕ ਕਿਸੇ ਨਾ ਕਿਸੇ ਮਤਲਬ ਨੇਤਾ ਦੀ, ਕਾਂਗਰਸ, ਅਕਾਲੀ, ਬੀਜੇਪੀ, ਆਪਦਿਆਂ ਦੀ ਸਾਰਿਆਂ ਦੀਆਂ ਇੰਟਰਵਿਊਆਂ ਸੁਣੋਗੇ। ਮਨਪ੍ਰੀਤ ਬਾਦਲ ਕਦੇ ਕਿਉਂ ਨਹੀਂ ਇੰਟਰਵਿਊ 'ਤੇ ਆਉਂਦਾ? ਕਹਿੰਦੇ ਸਾਇਲੈਂਟ ਪੋਲੀਟੀਸ਼ੀਅਨ ਉਹ ਸਾਇਲੈਂਟ ਉਹ ਆਪਣੇ ਨਾ ਇੱਕ ਪੰਜਾਬੀ 'ਚ ਕਹਾਵਤ ਹੈ ਜੀ ਵੀ ਘੁੰਨਾ ਜਿਹਾ ਜਿਹੜਾ ਹੁੰਦਾ ਜ਼ਿਆਦਾ ਖਤਰਨਾਕ ਹੁੰਦਾ। ਇਹ ਜਿਹੜੇ ਚੁੱਪ ਜੇ ਰਹਿਣ ਵਾਲੇ ਹੁੰਦੇ ਜ਼ਿਆਦਾ ਬੰਦੇ ਮਾੜੇ ਹੁੰਦੇ ਆ। ਇਹ ਜਿਹੜੀ ਇੰਨੀ ਚੁੱਪ ਵੱਟੀ ਬੈਠਾ, ਸਮਾਜ ਨੂੰ ਉਹਦਾ ਨਤੀਜਾ ਭੁਗਤਣਾ ਪਿਆ। ਚਾਹੇ ਉਹ ਗਵਰਨਮੈਂਟ ਇੰਪਲੋਇਜ਼ ਨੇ। ਦੇਖੋ ਪੰਜਾਬ ਦੇ ਵਿੱਚ ਮੈਨੂੰ ਲੱਗਦਾ 10 ਤੋਂ 12 ਲੱਖ ਗਵਰਨਮੈਂਟ ਇੰਪਲੋਇਜ਼ ਨੇ। ਬਠਿੰਡੇ ਅਰਬਨ ਦੇ ਵਿੱਚ ਇਕੱਲੇ ਦੇ ਵਿੱਚ 60 ਤੋਂ 70 ਹਜ਼ਾਰ ਗਵਰਨਮੈਂਟ ਇੰਪਲੋਇਜ਼ ਨੇ। ਤੁਹਾਨੂੰ ਕੀ ਲੱਗਦਾ ਇਹਨੂੰ ਸਬਕ ਨਹੀਂ ਸਿਖਾਉਣਗੇ? ਤੁਹਾਨੂੰ ਕੀ ਲੱਗਦਾ ਹਿੰਦੂਆਂ ਦੀਆਂ ਜਿਹੜੀਆਂ ਇਹਨੇ ਕਿਹਾ ਟਕੇ ਟਕੇ 'ਤੇ ਵਿਕਦੀਆਂ, ਇਹਦੇ ਐਮਸੀ ਨੇ ਕਿਹਾ, ਉਹਦੇ ਨਾਲ ਕੰਧ ਬਣ ਕੇ ਖੜ ਗਿਆ, ਹਿੰਦੂ ਭੁੱਲ ਗਏ? ਹੁਣ ਉਹ ਜ਼ਮਾਨੇ ਗਏ ਜਦੋਂ ਲੀਡਰਾਂ ਨੂੰ ਲੱਗਦਾ ਸੀ ਕੋਈ ਨਹੀਂ ਯਾਰ 2 ਮਹੀਨੇ 4 ਮਹੀਨੇ 6 ਮਹੀਨੇ ਪੈਣ ਦਿਓ ਤੇ ਲੋਕ ਭੁੱਲ ਜਾਣਗੇ। ਮਨਪ੍ਰੀਤ ਬਾਦਲ ਨੂੰ ਇਹ ਇਲੈਕਸ਼ਨ ਵਾਲੇ ਦਿਨ ਸ਼ਾਮ ਨੂੰ 5 ਵਜੇ ਤੱਕ ਉਹਦੇ ਕੰਨਾਂ ਦੇ ਵਿੱਚ ਗੂੰਜਦੀਆਂ ਰਹਿਣਗੀਆਂ ਇਹ ਗੱਲਾਂ ਕਿ ਇਹਨੇ ਹਿੰਦੂਆਂ ਦੀਆਂ ਧੀਆਂ ਭੈਣਾਂ ਪਰਖੀਆਂ ਸੀ। ਅੱਜ ਇਹਨੂੰ ਪਤਾ ਲੱਗੂਗਾ ਵੀ ਕੀ ਭਾਅ ਵਿਕਦੀ ਹੈ। ਪਾਠਕ ਸਾਹਿਬ, ਪਰ ਇਹ ਚੀਜ਼ਾਂ ਜੇ ਆਪਾਂ ਸੋਚੀਏ ਵੋਟਾਂ ਵੇਲੇ ਇਹ ਚੀਜ਼ਾਂ ਕਿਉਂ ਨੇ? ਅਕਸਰ ਆਖਿਆ ਜਾਂਦਾ ਕਿ ਸਿਆਸਤ ਦੇ ਵਿੱਚ ਜਿਹੜੀ ਸ਼ਬਦਾਂ ਦੀ ਮਰਿਆਦਾ ਬੜੀ ਮਾਇਨੇ ਰੱਖਦੀ ਆ, ਪਰ ਬਹੁਤੀ ਵਾਰ ਆਪਾਂ ਸਟੇਜਾਂ ਤੋਂ ਦੇਖਦੇ ਹਾਂ, ਚਾਹੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ, ਸ਼ਬਦੀ ਹਮਲੇ ਕਈ ਵਾਰ ਇਦਾਂ ਦੇ ਕਰ ਜਾਂਦੇ, ਉਸ ਤੋਂ ਬਾਅਦ ਜਿਹੜੇ ਹੈਗਾ ਭੁਗਤਣੇ ਵੀ ਪੈ ਜਾਂਦੇ ਆ ਸਿਆਸਤ ਦੇ ਵਿੱਚ। ਉਸ ਤੋਂ ਬਾਅਦ ਵਿਰੋਧੀ ਜਿਹੜੇ ਆਖਦੇ ਆ ਕਿ ਯਾਰ ਬਹੁਤ ਗਲਤ ਆਖਦੇ ਆ, ਹਾਲਾਂਕਿ ਕਾਂਗਰਸੀ ਬੜੇ ਆਖ ਦਿੰਦੇ ਕਈ ਵਾਰੀ ਸ਼ਬਦਾਂ ਦੀ ਮਰਿਆਦਾ ਨਵਜੋਤ ਸਿੰਘ ਸਿੱਧੂ ਵੀ ਭੁੱਲ ਜਾਂਦੇ ਨੇ। ਤੇ ਵੋਟਾਂ ਵੇਲੇ ਇਹ ਚੀਜ਼ਾਂ ਕਿਉਂ ਆਉਂਦੀਆਂ ਨੇ? ਸ਼ਬਦਾਂ ਦੀ ਮਰਿਆਦਾ ਇੱਕ ਲੀਡਰ, ਇੱਕ ਨੇਤਾ ਕਿਉਂ ਕਿਉਂ ਭੁੱਲ ਜਾਂਦੇ ਨੇ? ਲੀਡਰ ਜਿਹੜਾ ਹੁੰਦਾ ਨਾ ਜੀ, ਸਿਆਸਤਦਾਨ ਜਿਹੜਾ ਹੁੰਦਾ, ਵੋਟਾਂ ਦੇ ਲਈ ਲੱਗਦਾ ਮੈਨੂੰ ਕਿਸੇ ਵੀ ਹੱਦ ਤੱਕ ਜਾ ਸਕਦਾ। ਬਹੁਤ ਘੱਟ ਚੰਗੇ ਕਿਰਦਾਰਾਂ ਵਾਲੇ ਲੋਕ ਹੋਣਗੇ ਜਿਹੜੇ ਕਹਿਣਗੇ ਯਾਰ ਮੈਂ ਆਹ ਨਹੀਂ ਕਰ ਸਕਦਾ ਲੀਡਰੀ ਲਈ, ਪਾਵਰ 'ਚ ਆਉਣ ਲਈ ਮੈਂ ਆਹ ਨਹੀਂ ਕਰ ਸਕਦਾ। ਇਸੇ ਲਈ ਦੇਖੋ ਅਸੀਂ ਫੇਸਬੁੱਕ 'ਤੇ ਅਸੀਂ ਸੋਸ਼ਲ ਮੀਡੀਆ ਰਾਹੀਂ ਇਹੀ ਪ੍ਰਚਾਰ ਕਰ ਰਹੇ ਹਾਂ ਕਿ ਅਸੀਂ ਐਤਕੀ ਕਿਸੇ ਪਾਰਟੀ ਪਿੱਛੇ ਨਹੀਂ ਜਾਣਾ। ਅਸੀਂ ਚੰਗੇ ਕਿਰਦਾਰਾਂ ਨੂੰ ਲੱਭਣਾ। ਅਸੀਂ ਜਿਹੜੇ ਸ਼ਹਿਰ ਵਿੱਚ ਚਾਹੇ ਉਹ ਕਿਸੇ ਵੀ ਪਾਰਟੀ ਦਾ ਜਿਹੜਾ ਚੰਗਾ ਕਿਰਦਾਰ ਹੈ, ਅਸੀਂ ਉਹਨੂੰ ਵੋਟਾਂ ਪਾਉਣੀਆਂ ਤੇ ਪਵਾਉਣੀਆਂ। ਕਿਸੇ ਵੀ ਤਰ੍ਹਾਂ ਦੀ ਮਦਦ ਹੈ ਜਿਹੜੀ ਸਾਮ ਦਾਮ ਦੰਡ ਭੇਦ ਜਿਹਨੂੰ ਕਿਹਾ ਜਾਂਦਾ ਹੈ, ਚਾਹੇ ਕਹਿ ਲਓ ਤਨ ਮਨ ਧਨ ਦੇ ਨਾਲ, ਹਰੇਕ ਤਰੀਕੇ ਨਾਲ ਜਿੱਥੋਂ ਤੱਕ ਜਾ ਕੇ ਮਦਦ ਕੀਤੀ ਜਾ ਸਕਦੀ ਹੈ ਚੰਗੇ ਕਿਰਦਾਰ ਵਾਲੇ ਬੰਦਿਆਂ ਲਈ। ਕਿਉਂਕਿ ਚੰਗੇ ਕਿਰਦਾਰ ਵਾਲੇ ਬੰਦਿਆਂ ਦੀ ਰਾਜਨੀਤੀ ਵਿੱਚ ਤਾਂ ਘਾਟ ਹੋ ਗਈ ਕਿਉਂਕਿ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਸੀ ਯਾਰ ਚੰਗੇ ਬੰਦਿਆਂ ਤੋਂ ਕੀ ਕਰਾਉਣੇ, ਤਾਂ ਘਰੇ ਬੈਠੇ ਆ। ਹਰੇਕ ਤੁਹਾਡੇ ਪੁੱਠੇ ਸਿੱਧੇ ਕੰਮ ਤਾਂ ਮਾੜੇ ਬੰਦਿਆਂ ਨੇ ਕਰਨੇ ਆ, ਤੁਹਾਡੀਆਂ ਭੀੜਾਂ ਤਾਂ ਮਾੜੇ ਬੰਦਿਆਂ ਨੇ ਜਟਾਉਣੀਆਂ। ਪਰ ਹਿੰਦੁਸਤਾਨ ਦੀ ਪੋਲੀਟਿਕਸ, ਖਾਸ ਕਰ ਪੰਜਾਬ ਦੀ ਪੋਲੀਟਿਕਸ ਵਿੱਚ ਤੁਸੀਂ ਦੇਖੋਗੇ ਬਹੁਤ ਵੱਡਾ ਚੇਂਜ ਆ ਰਿਹਾ। ਚੰਗੇ ਕਿਰਦਾਰਾਂ ਨੂੰ ਲੋਕ ਚੁਣਨਗੇ। ਹੁਣ ਇਹ ਗੱਲਾਂ ਗਈਆਂ ਕਿ ਅਸੀਂ ਕਿਸੇ ਇੱਕ ਚੀਜ਼ ਨੂੰ ਕੈਸ਼ ਕਰ ਲਾਂਗੇ। ਹੁਣ ਲੋਕ ਕਿਰਦਾਰ ਵੇਖਦੇ ਆ। ਲੋਕਾਂ ਨੇ ਹੁਣ ਪਾਰਟੀਆਂ ਨੂੰ ਐਂ ਵੋਟਾਂ ਨਹੀਂ ਪਾਉਣੀਆਂ।
ਭੜਕ ਸਾਹਿਬ ਮੁਸਤਫਾ ਸਾਹਿਬ ਦੀ ਜੇ ਗੱਲ ਕਰੀਏ ਉਹਨਾਂ ਦੇ ਟਵੀਟ ਵੀ ਆਉਂਦੇ ਨੇ ਕਿ ਤੁਸੀਂ ਮੈਨੂੰ ਟਾਰਗੇਟ ਨਾ ਕਰੋ ਤੇ ਹਿੰਦੂ ਮੁਸਲਮਾਨ ਭਾਈਚਾਰੇ ਦੇ ਜਿਹੜੇ ਦੰਗੇ ਭੜਕਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਕਹਿੰਦੇ ਫਿਤਨੋ ਸਾਡੇ ਸ਼ਬਦਾਂ ਦੇ ਵਿੱਚ ਅਕਸਰ ਯੂਜ਼ ਹੁੰਦਾ ਆ, ਕਹਿੰਦੇ ਸ਼ਰਾਰਤੀ ਅਨਸਰ ਹੁੰਦੇ ਆ। ਮੈਂ ਸ਼ਰਾਰਤੀ ਅਨਸਰਾਂ ਨੂੰ ਕਿਹਾ ਸੀ, ਸ਼ਰਾਰਤੀ ਅਨਸਰ ਤਾਂ ਕਹਿੰਦੇ ਮੁਸਲਮਾਨ ਵੀ ਸੀ, ਖਾਸ ਕਰ ਮੁਸਲਮਾਨ ਵੀ ਸੀ, ਤੇ ਕਹਿੰਦੇ ਮੈਂ ਤਾਂ ਭੜਕਾਉਣ ਦੀਆਂ ਗੱਲਾਂ ਤਾਂ ਮੈਂ ਤਾਂ ਕਦੇ ਕੀਤੀਆਂ ਨਹੀਂ, ਧਰਮ ਦੀਆਂ ਗੱਲਾਂ ਤਾਂ ਮੈਂ ਕੀਤੀਆਂ ਹੀ ਨਹੀਂ। ਤੁਸੀਂ ਇੱਕ ਗੱਲ ਦੇਖੋ, ਇੱਥੇ ਤੁਹਾਡੇ ਕੋਲੇ ਆਪਣੇ ਕੋਲੇ ਮੰਨ ਲਓ ਪਰਲੀ ਸਾਈਡ ਤੇ 50 ਬੰਦੇ ਇਕੱਠੇ ਹੋ ਕੇ ਹਿੰਦੂ ਖੜ ਜਾਂਦੇ ਆ, ਹਿੰਦੂ ਆ ਜਾਂਦੇ ਆ, ਵਿਰੋਧ ਕਰਦੇ ਆ ਜਦੋਂ ਤੁਹਾਡੀਆਂ ਗਲਤ ਨੀਤੀਆਂ ਨੂੰ ਦੇਖਦੇ ਆ। ਤੁਸੀਂ ਕਹਿੰਦੇ ਹੋ ਇਹਨਾਂ ਫਿਤਨਿਆਂ ਨੂੰ, ਇਨ ਫਿਤਨੋਂ ਕੋ ਮੈਂ ਸਬਕ, ਤੁਸੀਂ ਉਹ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹੋ ਨਾ, ਨਾਟ ਸ਼ਰਾਰਤੀ। ਫਿਤਨੋਂ ਸ਼ਬਦ ਵਰਤਿਆ ਜਾਂਦਾ ਉਂਗਲਬਾਜ਼ ਬੰਦਿਆਂ ਲਈ, ਦੰਗਾ ਭੜਕਾਊ ਬੰਦਿਆਂ ਲਈ, ਭੜਕਾ ਪੈਦਾ ਕਰਨ ਵਾਲਿਆਂ ਬੰਦਿਆਂ ਲਈ। ਫਿਤਨੋ ਸ਼ਬਦ ਉਹਦੇ ਲਈ ਵਰਤਿਆ ਜਾਂਦਾ। ਇਸ ਲਈ ਮੈਂ ਸਪੈਸ਼ਲ ਇੱਕ ਸਾਡੇ ਇੱਥੇ ਖਾਨ ਸਾਹਿਬ ਨੇ ਆਪਣੇ ਬਠਿੰਡੇ, ਮੈਂ ਰਾਤ ਉਹਨਾਂ ਨੂੰ ਫੋਨ ਕੀਤਾ। ਮੈਂ ਕੰਪਲੇਂਟ ਜਦੋਂ ਤਿਆਰ ਕਰ ਰਿਹਾ ਸੀਗਾ ਤਾਂ ਮੈਂ ਰਾਤ 11:30 ਵਜੇ ਫੋਨ ਲਾਇਆ ਸਾਡੇ ਖਾਨ ਸਾਹਿਬ ਨੂੰ। ਮੈਂ ਕਿਹਾ ਖਾਨ ਸਾਹਿਬ ਯਾਰ ਫਿਤਨੋ ਸ਼ਬਦ ਕੀ ਹੁੰਦਾ? ਉਹ ਵਿਚਾਰਾ ਸਿੱਧਾ ਕਹਿੰਦਾ ਫਿਤਨਾ ਹੁੰਦਾ, ਫਿਤਨੋ, ਉਹਨੂੰ ਇਹ ਵੀ ਨਹੀਂ ਪਤਾ ਵਿਚਾਰੇ ਨੂੰ ਵੀ ਬਹੁਤ ਵੱਚ ਕੀ ਹੁੰਦਾ। ਕਹਿੰਦਾ ਫਿਤਨਾ ਸਾਡੇ ਬੋਲਦੇ ਆ ਜੀ ਜਿਹੜਾ ਮਤਲਬ ਕੋਈ ਲੜਾਈ ਕਰਵਾ ਦੇ, ਕਿਸੇ ਦੀ ਦੰਗੇ ਭੜਕਵਾ ਦੇ, ਜਾਂ ਕੋਈ ਮਤਲਬ ਲੜਾਈ झगड़े को मतलब जो बंदा बढ़ावा दे उसे मतलब फितना कहते हैं। तो फितनों तो ज़्यादा लोगों को हो गया, मतलब सारिਆਂ ਨੂੰ ਉਹਨੇ ਸੰਬੋਧਿਤ ਕਰਤਾ, ਉੱਥੋਂ ਕਲੀਅਰ ਹੋ ਗਿਆ। ਅਸੀਂ ਕਹਿੰਦੇ ਜੀ ਤੁਹਾਡੀ ਗੱਲ ਸਾਈਡ ਤੇ ਰੱਖਤੀ, ਤੂੰ ਕਿਹਨਾਂ ਨੂੰ ਕਹਿ ਰਿਹਾ ਵੀ ਮੈਂ ਘਰੇ ਵੜ ਕੇ ਇਹਨਾਂ ਨੂੰ ਸਬਕ ਸਿਖਾਊਂਗਾ? ਤੂੰ ਕਿਹੜੇ ਬੰਦਿਆਂ ਨੂੰ ਕਹਿ ਰਿਹਾਗਾ ਕਿ ਮੈਂ ਤੁਹਾਡਾ ਮਾਹੌਲ ਇਹੋ ਜਿਹਾ ਕਰ ਦੂੰਗਾ ਤੁਹਾਨੂੰ ਘਰੋਂ ਨਿਕਲਣਾ ਔਖਾ ਹੋ ਜੂ? ਕਿਹਨੂੰ ਕਹਿ ਰਿਹਾ ਉਹ? ਫਿਰ ਉਹ ਮੰਨੇ ਕਿ ਜਿਹੜਾ ਮਲੇਰਕੋਟਲੇ ਦੇ ਵਿੱਚ ਹਿੰਦੂ ਬਹੁਤ ਸੰਖਿਅਕ ਨੇ, ਮੁਸਲਮਾਨ ਬਹੁਤ ਸੰਖਿਅਕ ਨੇ, ਮੁਸਲਮਾਨਾਂ ਨੂੰ ਕਿਹਾ ਮੰਨੇ? ਉਹ ਮੁਸਲਮਾਨਾਂ ਨੂੰ ਕਿਹਾ ਸੀ ਉਹਨੇ? ਉਹ ਤਾਂ ਇਹੀ ਆਖ ਰਿਹਾ ਕਿ ਸ਼ਰਾਰਤੀ ਅਨਸਰਾਂ ਦੇ ਵਿੱਚ ਮੁਸਲਮਾਨ ਵੀ ਸੀ, ਉਹਨਾਂ ਨੇ ਇਹ ਗੱਲ ਆਖੀ ਆ ਆਪਣੇ ਟਵੀਟ ਦੇ ਵਿੱਚ। ਜਿਹੜੇ ਉੱਥੇ ਉਹਦਾ ਇੱਕ ਗਰੁੱਪ ਖੜਾ ਸੀਗਾ, ਜਿਹੜਾ ਗਰੁੱਪ ਚਾਹੁੰਦਾ ਸੀ ਉਹ ਭੜਕਵੀਆਂ ਗੱਲਾਂ ਕਰੇ, ਇਹੋ ਜਿਹਾ ਉੱਥੇ ਕੁਛ ਨਹੀਂ ਹੋਇਆ। ਦੇਖੋ ਖੁਦ ਇਹ DGP ਰਿਹਾ, ਠੀਕ ਹੈ, ਇਹਨੂੰ ਪਤਾ ਹੈ ਵੀ ਕਿਹਦੇ ਤੇ ਕਾਰਵਾਈ ਕਿਵੇਂ ਕਰਵਾਉਣੀ ਹੈ। ਜੇ ਇਹਨੂੰ ਲੱਗਿਆ ਕੁਛ ਵੀ ਹੋਇਆ, ਕੀ ਇਹਨੂੰ ਕਾਨੂੰਨ ਦੇ ਵਿੱਚ ਵਿਸ਼ਵਾਸ ਨਹੀਂ? ਜਿੱਥੋਂ ਜਿਹੜੇ ਡਿਪਾਰਟਮੈਂਟ ਨੇ ਇਹਨੂੰ ਇੰਨੀ ਰਿਸਪੈਕਟ ਦਿੱਤੀ ਹੈ, ਜਿਹੜੇ ਕਾਨੂੰਨ ਕਰਕੇ ਐਡੇ ਅਹੁਦਿਆਂ ਤੇ ਇਹ ਰਿਹਾ ਆ, ਕੀ ਉਹਨਾਂ ਬੰਦਿਆਂ ਤੇ ਇਹਨੂੰ ਵਿਸ਼ਵਾਸ ਨਹੀਂ ਰਿਹਾ? ਕੀ ਇਹਨੂੰ ਉਸ ਕਾਨੂੰਨ ਦੇ ਉੱਤੇ ਵਿਸ਼ਵਾਸ ਨਹੀਂ? ਇਹਨੇ ਕਾਰਵਾਈ ਦੀ ਮੰਗ ਕਿਉਂ ਨਹੀਂ ਕੀਤੀ ਉਹਨਾਂ ਬੰਦਿਆਂ ਦੇ ਉੱਤੇ? ਆਪਾਂ ਮੰਨ ਲਈਏ, ਇਹਦੀ ਗੱਲ ਹੀ ਮੰਨ ਲਈਏ, ਹਿੰਦੂਆਂ ਦੇ ਨਾਲ ਉੱਥੇ ਮੁਸਲਮਾਨ ਵੀ ਹੋਣਗੇ 4। ਕੀ ਇਹੋ ਜਿਹਾ ਮਾਹੌਲ ਪੈਦਾ ਹੋ ਗਿਆ ਸੀਗਾ ਜਿਹੜੀਆਂ ਇੰਨੀਆਂ ਇਹਨੂੰ ਗੰਦੀਆਂ ਸਟੇਟਮੈਂਟਾਂ ਦੇਣੀਆਂ ਪਈਆਂ? ਇਹ ਤਾਂ ਹੁਣ ਮੁੱਕਰ ਰਿਹਾ। ਉਦੋਂ ਬਾਅਦ ਇਹਨੂੰ ਪਤਾ ਲੱਗ ਗਿਆ ਜਦੋਂ ਕੰਮ ਖਰਾਬ ਹੋ ਗਿਆ, ਫਿਰ ਇਹ ਕਹਿੰਦਾ ਮੈਂ ਆਪਦਾ, ਕੋਈ ਮੰਨ ਲੂਗਾ ਵੀ ਹਾਂ ਮੈਂ ਤਾਂ, ਜੇ ਮੈਂ ਕਹਿੰਦਾ ਨਹੀਂ ਮੈਂ ਤਾਂ ਹਿੰਦੂਆਂ ਨੂੰ ਵੀ ਗਾਲਾਂ ਕੱਢੀਆਂ ਸੀਗੀਆਂ ਜੀ। ਮਤਲਬ ਇਹ ਬਕਵਾਸ ਹੈ ਜੀ। ਇਹ ਉਹੀ IPS ਅਫਸਰ ਰਿਹਾ, ਇਹ ਸ਼ਬਦਾਂ ਨੂੰ ਘੁਮਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਹੀ ਪੁਲਿਸ ਨੇ ਤੇ 295 ਵੀ ਨਹੀਂ ਲਾਈ, 295 ਲਾਈ ਨਹੀਂ ਪੁਲਿਸ ਨੇ। ਮੈਨੂੰ ਲੱਗਦਾ ਚਲੋ ਇੱਥੇ ਦੀ ਉਹ ਮਦਦ ਕਰ ਗਏ, 295 ਇਹ ਨਹੀਂ ਲਾਈ। ਦੰਗਾ ਭੜਕਾਉਣ ਵਾਲੀਆਂ ਗੱਲਾਂ ਤਾਂ ਕੀਤੀਆਂ। ਪਰ ਉਹ ਤਾਂ ਇਹ ਵੀ ਰੱਖ ਰਹੇ ਆ ਕਿ ਜਿਹੜੀ ਵੀਡੀਓ ਆ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ। ਵੀਡੀਓ ਦੀ ਐਡੀਟਿੰਗ ਹੋਈ ਆ, ਉੱਥੇ ਜਿਹੜੇ ਲਫ਼ਜ਼ ਆ ਉਹ ਪਾਏ ਗਿਆ, ਉਸ ਤੋਂ ਬਾਅਦ ਜਿਹੜੀ ਇਹ ਵੀਡੀਓ ਪੇਸ਼ ਕੀਤੀ ਗਈ ਆ। ਦੇਖੋ ਇਹ ਤਾਂ ਹੁਣ ਤੁਹਾਡੇ ਹੀ ਨਿਊਜ਼ ਚੈਨਲ ਨੇ, ਭਰਾ ਨੇ, ਮੈਂ ਤੁਹਾਨੂੰ ਇੱਕ ਕੱਢ ਕੇ ਵੀ ਦਿਖਾ ਦਿੰਦਾ। ਮੈਂ ਜਿਹੜੀ ਆਧਾਰ ਤੇ ਕੰਪਲੇਂਟ ਕੀਤੀ ਹੈ, मैं अल्लाह की कसम खा के कहता हूँ इनका कोई जलसा नहीं होने देगा। मैं कौमी फौजी हूँ, मैं कौमी सिपाही हूँ, मैं RSS का एजेंट नहीं हूँ जो डर के घर में घुस जाऊंगा। अगर दोबारा इन्होंने ऐसी हरकत की, खुदा की कसम इनके घर में घुस के मारूंगा। सिर्फ वार्निंग दे रहा हूं, मैं वोटों के लिए नहीं लड़ रहा, मैं कौम के लिए लड़ रहा हूं। मैं जिला पुलिस और जिला प्रशासन को भी बताना चाहता हूं, अगर दोबारा ऐसी हरकत हुई मेरे जलसे के बराबर में, अगर ਹੁਣ ਇੱਥੇ ਕੌਮ ਸ਼ਬਦ ਕਿੱਥੇ ਆ ਗਿਆ ਜੀ? ਫਿਰ ਜੇ ਆਪਦੀ ਕੌਮ ਲਈ ਲੜ ਰਿਹਾ ਬੰਦਾ ਤਾਂ ਆਪਦੀ ਕੌਮ ਦੇ ਜਿਹੜੇ ਭਟਕੇ ਹੋਏ ਬੱਚੇ ਆ ਉਹਨਾਂ ਨੂੰ ਸਹੀ ਰਾਹ ਦਿਖਾਵੇ, ਗਾਈਡ ਕਰੇ। ਹਾਂ, ਵੀਡੀਓ ਤੁਹਾਡੇ ਸਾਹਮਣੇ ਚਲਾਤੀ। ਇੱਥੇ ਜਿਹੜਾ ਮੈਂ ਕੌਮ ਦਾ ਫੌਜੀ ਆ, ਇੱਥੇ ਜਿਹੜਾ ਹਿੰਦੂ ਵਰਸਸ ਮੁਸਲਮਾਨ ਬਣਾਉਣਾ ਚਾਹ ਰਿਹਾ, ਉਹ ਕੌਣ ਬਣਾਉਣਾ ਚਾਹ ਰਿਹਾ?
ਇਹ ਕਿਹੜੀ ਫੌਜ ਕਿਹੜੀ ਕੌਮ ਨੂੰ ਇਹ ਰਿਪਰੈਜ਼ੈਂਟ ਕਰ ਰਿਹਾ ਇੱਥੇ? ਇਹ ਮੁਸਲਮਾਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਕਿ ਹਿੰਦੂਆਂ ਨੂੰ ਰਿਪਰੈਜ਼ੈਂਟ ਕਰ ਰਿਹਾ? ਤੁਹਾਡੇ ਸਾਹਮਣੇ ਹੈ। ਤਾਂ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ, ਚਲੋ ਠੀਕ ਹੈ ਜੇ ਬੋਲਿਆ ਗਿਆ ਸ਼ਬਦ, ਕਈ ਵਾਰੀ ਹੁੰਦਾ ਕਿ ਇਹ ਬੋਲਿਆ ਗਿਆ, ਹਾਂ, ਮਤਲਬ ਤੁਸੀਂ ਇਹਨੂੰ ਬੋਲਿਆ ਗਿਆ ਕਹੋਗੇ? ਮੈਂ ਦੇਖੋ, ਮੈਂ ਉਹਨਾਂ ਨੂੰ ਘਰ 'ਚ ਵੜ ਕੇ ਮਾਰੂੰਗਾ, ਬੋਲਿਆ ਗਿਆ। ਮੈਂ ਇਹੋ ਜਿਹਾ ਮਾਹੌਲ ਬਣਾ ਦੂੰਗਾ ਕਿ ਮੈਂ ਉਹਨਾਂ ਦਾ ਘਰੋਂ ਨਿਕਲਣਾ ਮੁਸ਼ਕਲ ਕਰ ਦੂੰਗਾ। ਇੱਕ ਅੱਧਾ ਸ਼ਬਦ ਹੁੰਦਾ ਯਾਰ ਨਿਕਲ ਗਿਆ ਮੂੰਹ ਦੇ ਵਿੱਚੋਂ, ਇਹ ਤਾਂ ਪੂਰੇ ਦੇ ਪੂਰੇ ਮਤਲਬ ਲਾਈਨਾਂ ਇਹਦੇ ਮੂੰਹ 'ਚੋਂ ਨਿਕਲ ਗਈਆਂ। ਹੈਂ ਜੀ, ਮੈਨੂੰ ਤਾਂ ਲੱਗਦਾ ਇਹਦੀ ਇਹੀ ਨਾਕਾਬਲੀਅਤ ਦੇਖਦੇ ਹੋਏ ਇਹਨੂੰ ਡੀਜੀਪੀ ਪੰਜਾਬ ਨਹੀਂ ਉਦੋਂ ਲਾਇਆ ਗਿਆ। ਦੇਖੋ ਸੀਨੀਅਰ ਮੋਸਟ ਇਹ ਸੀਗਾ, ਇਹਦੇ ਤੋਂ 3-4 ਬੰਦਿਆਂ ਨੂੰ ਇਹਨਾਂ ਨੂੰ ਕੱਟ ਕੇ, ਮੈਂ ਇਸ ਚੀਜ਼ ਦੇ ਵਿੱਚ ਨਹੀਂ ਪੈਂਦਾ, ਬਹੁਤ ਪੰਜਾਬ ਪੁਲਿਸ ਦੇ ਵਿੱਚ, ਫੋਰਸ ਦੇ ਵਿੱਚ ਬਹੁਤ ਰਿਸਪੈਕਟੇਬਲ ਦੇਖੋ ਆਫੀਸਰਸ ਰਹੇ ਹੈ। ਮਤਲਬ ਹਰਦੀਪ ਢਿੱਲੋਂ ਜੀ ਵੀ ਸੀਗੇ, ਬੜਾ ਮੈਂ ਉਹਨਾਂ ਦਾ ਰਿਗਾਰਡ ਕਰਦਾ, ਹੈ ਨਾ। ਹੋਰ ਵੀ ਬਹੁਤ ਆਫੀਸਰ ਸੀਗੇ ਜਿਹਨਾਂ ਨੂੰ ਕੱਟ ਕੇ ਦਿਨਕਰ ਗੁਪਤਾ ਜੀ ਨੂੰ ਡੀਜੀਪੀ ਪੰਜਾਬ ਲਾਇਆ ਗਿਆ ਸੀਗਾ। ਅਤੇ ਜੇ ਉਦੋਂ ਪੁੱਛਿਆ ਜਾ ਇਹਨੂੰ, ਮੈਨੂੰ ਤਾਂ ਲੱਗਦਾ ਇਹਦੇ ਵਿੱਚੋਂ ਕਿਤੇ ਨਾ ਕਿਤੇ ਇਹ ਕੌਮੀਅਤ ਦੀ ਬੋ ਆ ਰਹੀ ਸੀ, ਕਿਤੇ ਨਾ ਕਿਤੇ ਹਿੰਦੂ ਮੁਸਲਮਾਨਾਂ ਵਾਲਾ ਜਾਂ ਮੁਸਲਮਾਨ ਸਿੱਖਾਂ ਵਾਲਾ ਇਹਦੇ ਦਿਲ ਦੇ ਵਿੱਚ ਜਿਹੜੀ ਉਹ ਦੇਖੋ ਕੱਲੀ ਰਿਪੋਰਟ ਲਈ ਜਾਂਦੀ ਹੈ। ਡੀਜੀਪੀ ਇਸ ਤਰ੍ਹਾਂ ਨਹੀਂ ਲਾਇਆ ਜਾਂਦਾ। ਡੀਜੀਪੀ ਇਕੱਲਾ ਬੈਚ ਦੇ ਕੇ, ਇਕੱਲੀ ਸੀਨੀਅਰਟੀ ਦੇ ਕੇ ਨਹੀਂ ਲਾ ਦਿੱਤਾ ਜਾਂਦਾ। ਉਹ ਬੰਦੇ ਚੁਣੇ ਜਾਂਦੇ ਆ, ਉਹਨਾਂ ਦੀਆਂ ਰਿਪੋਰਟਾਂ ਦੇਖੀਆਂ ਜਾਂਦੀਆਂ, ਉਹਨਾਂ ਦੀਆਂ ACRਾਂ ਚੈੱਕ ਹੁੰਦੀਆਂ, ਉਹਨਾਂ ਦੇ ਪਿਛਲੇ ਰਿਕਾਰਡ ਚੈੱਕ ਹੁੰਦੇ ਆ। ਤਾਂ ਜਿਹੜਾ ਇਹਦੇ ਦਿਲ ਵਿੱਚ ਇਹ ਜ਼ਹਿਰ ਭਰਿਆ ਹੋਇਆ, ਸਾਨੂੰ ਜਦੋਂ ਇਹੋ ਜਿਹੇ, ਚਾਹੇ ਉਹ ਚੀਫ ਸੈਕਟਰੀ ਹੈ ਕਿਸੇ ਵੀ ਸਟੇਟ ਦਾ, ਚਾਹੇ ਉਹ DGP ਹੈ, ਚਾਹੇ ਉਹ SSP ਹੁੰਦਾ ਕਿਸੇ ਵੀ ਸ਼ਹਿਰ ਦਾ, ਅਤੇ ਭਾਵੇਂ ਉਹ DC ਹੁੰਦਾ, ਸਾਨੂੰ ਇਹੋ ਜਿਹੇ ਅਹੁਦਿਆਂ ਲਈ ਨਿਰਪੱਖ ਸੋਚ ਵਾਲੇ ਬੰਦਿਆਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਨੂੰ ਸਾਰੇ ਧਰਮ ਇੱਕੋ ਜਿਹੇ ਹੋਣ। ਇਹ ਕੌਮੀ ਫੌਜੀ ਜਿਹੜਾ ਇਹਨੇ ਲਾਇਆ, ਜਿਹਾਦੀ ਲੱਗਦਾ ਮੈਨੂੰ ਤਾਂ ਇਹ। ਤਾਂ ਇਹੋ ਜਿਹੇ ਜਿਹਾਦੀਆਂ ਨੂੰ ਜੇ DGP ਪੰਜਾਬ ਨਹੀਂ ਲਾਇਆ ਗਿਆ, ਤਾਂ ਮੈਂ ਤਾਂ ਜਿਹੜੀ UPSC ਹੈ ਜਾਂ ਕੋਈ ਵੀ ਜਿਹੜੀ ਉਹ ਹੈਗੀ ਆ, ਸਾਡਾ ਬੋਰਡ ਹੈ, ਚਾਹੇ ਪੰਜਾਬ ਸਰਕਾਰ ਹੈ, ਮੈਂ ਤਾਂ ਉਹਨਾਂ ਦੀ ਬੜੀ ਦਿਲੋਂ ਇਸ ਚੀਜ਼ 'ਤੇ ਸਿਰ ਉਹਨਾਂ ਦੇ ਮੂਹਰੇ ਨਿਵਾਉਣਾ, ਉਹਨਾਂ ਦੀ ਬੜੀ ਸਾਨੂੰ ਦਿਲੋਂ ਸੈਲਿਊਟ ਕਰਦਾ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਇਹਨੂੰ DGP ਨਹੀਂ ਲਾਇਆ। ਇਹ ਤਾਂ ਬਹੁਤ ਨਲਾਇਕ ਇਨਸਾਨ ਹੈ। ਇਹ ਤਾਂ ਸੱਚੀ ਸਿੱਖ ਮੁਸਲਮਾਨਾਂ ਵਾਲਾ ਜਾਂ ਮੁਸਲਮਾਨ ਹਿੰਦੂਆਂ ਵਾਲਾ ਪੰਜਾਬ ਦੇ ਵਿੱਚ ਮਾਹੌਲ ਹੀ ਖਰਾਬ ਕਰ ਦਿੰਦਾ। ਇਹਨੇ ਪਤਾ ਨਹੀਂ ਕਿਹੋ ਜਿਹੇ ਬੰਦੇ ਲਿਆ ਕੇ ਇੱਥੇ ਪ੍ਰਮੋਟ ਕਰਨੇ ਸੀ। ਤਾਂ ਜਿਹੜਾ ਇਹਨੂੰ DGP ਪੰਜਾਬ ਨਹੀਂ ਲਾਇਆ ਗਿਆ, ਉਹ ਬਹੁਤ ਸਹੀ ਫੈਸਲਾ ਸੀਗਾ ਸਰਕਾਰ ਦਾ। ਜਿਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਕਿ ਜਿਹੜੇ ਹੈਗੇ ਆ ਕੁਝ ਲੋਕ ਆਏ ਸੀ ਜਿਹੜੇ ਵਿਰੋਧ ਕਰ ਰਹੇ ਸੀ ਜਾਂ ਜੋ ਵੀ ਕੁਝ ਕਰ ਰਹੇ ਸੀ ਨਾ, ਤਾਂ ਕੀ ਲੱਗਦਾ ਕਿ ਵਿਰੋਧ ਕਰਦਿਆਂ ਨੂੰ ਇੱਦਾਂ ਸ਼ਾਂਤ ਨਹੀਂ ਕਰਨਾ ਚਾਹੀਦਾ ਕਿ ਇੱਦਾਂ ਦੇ ਸ਼ਬਦਾਵਲੀ ਯੂਜ਼ ਕੀਤੀ ਜਾਵੇ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਕੇ ਇੱਦਾਂ ਦੀ ਸ਼ਬਦਾਵਲੀ? ਮੈਂ ਉਹੀ ਜਸ ਜੀ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਜਿਹੜੀ ਤੁਸੀਂ ਖੁਦ ਹੀ ਗੱਲ ਕਹੀ ਸੀ, ਇੱਕ ਤਾਂ ਦੇਖੋ ਇਲੈਕਸ਼ਨਾਂ ਦੇ ਵਿੱਚ ਆ ਕੇ ਇਹੋ ਜਿਹੇ ਸ਼ਬਦ ਬੋਲਣੇ, ਪਤਾ ਲੱਗ ਰਿਹਾ ਆਪਾਂ ਨੂੰ ਕਿਹਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਮੇਰੀ ਸੋਚ ਇਹ ਹੈ, ਮੈਂ ਕੌਮੀ ਫੌਜੀ ਹਾਂ, ਆਪਾਂ ਸਭ ਨੂੰ ਦਬਲ ਲਿਆਂਗੇ, ਕੋਈ ਨਹੀਂ, ਕੌਮ ਦਾ ਹੀ ਰਾਜ ਹੋਊ। ਇਹ ਤਾਂ ਜਿਹੜੀਆਂ ਉਹ ਤਾਲੀਬਾਨੀ ਗੱਲਾਂ ਕਰਦੇ ਨੇ ਜੀ, ਜਿਹੜੇ ਉਹ ਹੋਰ ਸਟੇਟਾਂ ਵਿੱਚ ਬੈਠੇ ਗੱਲਾਂ ਕਰਦੇ ਨੇ, ਇਹ ਤਾਂ ਬਿਲਕੁਲ ਇਹਦੀਆਂ ਉਹੀ ਗੱਲਾਂ। ISI ਨਾਲ ਮੈਨੂੰ ਤਾਂ ਇਹਦੇ ਸੰਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਕਿਤੇ ਦੇਖੋ, ਪੰਜਾਬ ਬੜੀ ਸੈਂਸਿਟਿਵ ਸਟੇਟ ਹੈ, ਰਾਈਟ। ਪਾਕਿਸਤਾਨ ਦੇ ਨਾਲ ਸਾਡਾ ਪੰਜਾਬ ਦਾ ਹੀ 563 ਕਿਲੋਮੀਟਰ, ਮੇਰਾ ਖਿਆਲ ਜਿਹੜਾ 566 ਕਿਲੋਮੀਟਰ ਬਾਰਡਰ ਲੱਗਦਾ, ਠੀਕ ਹੈ। ਇਹੋ ਜਿਹੇ ਇਨਸਾਨ ਜੇ ਪਾਵਰ ਵਿੱਚ ਆਉਂਦੇ ਆ, ਤਾਂ ਤੁਸੀਂ ਸੋਚ ਸਕਦੇ ਹੋ ਪੰਜਾਬ ਦਾ ਮਾਹੌਲ ਕੀ ਹੋ ਸਕਦਾ ਸੀ ਦੂਸਰੀਆਂ ਸਟੇਟਾਂ ਨਾਲ ਰਲ, ਦੂਸਰੀ ਕੰਟਰੀਜ਼ ਨਾਲ ਰਲ ਕੇ, ਕਿਉਂਕਿ ਪਾਕਿਸਤਾਨ ਤਾਂ ਵੈਸੇ ਹੀ ਸਾਡਾ ਸ਼ੁਰੂ ਤੋਂ ਵਿਰੋਧੀ ਤੁਰਿਆ ਆ ਰਿਹਾ। ਤਾਂ ਮੈਂ ਇੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ, ਚਾਹੇ ਜਿਹੜੀ ਇਹਨਾਂ ਦੀ ਨੈਸ਼ਨਲ ਲੈਵਲ ਦੀ ਕਾਂਗਰਸ ਕਮੇਟੀ ਹੈ, ਉਹਨੂੰ ਕਹੂੰਗਾ ਕਿ ਇਹੋ ਜਿਹੇ ਬੰਦਿਆਂ ਨੂੰ ਪਾਵਰ 'ਚ ਨਹੀਂ ਆਉਣਾ ਚਾਹੀਦਾ। ਉਹਨਾਂ ਨੂੰ ਇਹਦੀ ਘਰ ਵਾਲੀ ਰਜੀਆ ਸੁਲਤਾਨਾ ਦੀ ਵੀ ਟਿਕਟ ਕੱਟਣੀ ਚਾਹੀਦੀ ਹੈ। ਅਬਲ ਇਹਨਾਂ 'ਤੇ ਚੋਣ ਕਮਿਸ਼ਨ ਨੂੰ ਸਖਤ ਐਕਸ਼ਨ ਲੈਂਦੇ ਹੋਏ ਇਹਨਾਂ ਮੀਆਂ ਬੀਬੀ 'ਤੇ ਘੱਟੋ ਘੱਟ 20 ਸਾਲਾਂ ਲਈ ਬੈਨ ਲਾ ਦੇਣਾ ਚਾਹੀਦਾ ਇਲੈਕਸ਼ਨ ਲੜਨ 'ਤੇ। ਇਹਨਾਂ ਨੂੰ ਕਹਿ ਦਿਓ ਜਿਹੜੀ ਤੁਸੀਂ ਕੌਮ ਦੀ ਆਪਦੀ ਦੀ ਸੇਵਾ ਕਰਨੀ ਹੈ, ਕੌਮ ਦੀ ਜਿਹੜੀ ਤੁਸੀਂ ਸੈਨਾ ਤਿਆਰ ਕਰਨੀ ਹੈ, ਉਹ ਤੁਸੀਂ ਸਾਡੀ ਵਿਧਾਨ ਸਭਾ ਤੋਂ ਦੂਰ ਰਹਿ ਕੇ ਕਰੋ, ਸਾਡੀਆਂ ਫੋਰਸਾਂ ਤੋਂ ਦੂਰ ਰਹਿ ਕੇ ਕਰੋ। ਅਤੇ ਪੰਜਾਬ ਪੁਲਿਸ ਨੂੰ ਇਹਦੀ ਗਹਿਰੀ ਜਾਂਚ ਕਰਨੀ ਚਾਹੀਦੀ ਹੈ। ਬਹੁਤ ਜਾਂਚ ਦਾ ਵਿਸ਼ੇ ਹੈ ਇਹ, ਕਿਹੜੇ ਕੌਮ ਦਾ ਫੌਜੀ ਬਣਨ ਨੂੰ ਫਿਰਦਾ, ਇਹ ਕਿਹੜੀ ਟੀਮ ਤਿਆਰ ਕਰਨ ਨੂੰ ਫਿਰਦਾ ਇੱਥੇ।
ਪਾਠਕ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਨਾਲ ਰਵਨੀਤ ਬਿੱਟੂ ਹੋਰਾਂ ਦਾ ਬਿਆਨ ਆਉਂਦਾ ਆ, ਸੁੱਖੀ ਰੰਧਾਵਾ ਹੋਰਾਂ ਦਾ ਬਿਆਨ ਆਉਂਦਾ, ਪਰ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਹਾਲੇ ਤੱਕ ਇਸ ਮਾਮਲੇ ਦੇ ਉੱਪਰ ਕੋਈ ਬਿਆਨ ਨਹੀਂ ਆ। ਹਾਲਾਂਕਿ ਜੇਕਰ ਕਿਸੇ ਹੋਰ ਪਾਰਟੀ ਵੱਲੋਂ ਕੁਝ ਨਾ ਕੁਝ ਹੋਇਆ ਹੁੰਦਾ ਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਪਹਿਲੀਆਂ ਦੇ ਵਿੱਚ ਬਿਆਨ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਆਉਂਦਾ, ਪਰ ਇੱਥੇ ਕਿਉਂ ਨਹੀਂ ਆਇਆ? ਕੀ ਲੱਗਦਾ ਕਿ ਆਪਣਿਆਂ ਦਾ ਪੱਖ ਪੂਰਿਆ ਜਾ ਰਿਹਾ? ਕਿਉਂਕਿ ਸਲਾਹਕਾਰ ਜਿਹੜੇ ਉਹਨਾਂ ਦੇ ਰਹੇ ਨੇ, ਜਦੋਂ ਸੀਨ ਹੁੰਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਵਜੋਤ ਸਿੱਧੂ ਵਾਲਾ, ਉਦੋਂ ਵੀ ਬੜਾ ਕੁਝ ਜਿਹੜਾ ਬੋਲਿਆ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਵਿੱਚ, ਤਾਂ ਕੀ ਲੱਗਦਾ ਹੈ ਕਿਉਂ ਨਹੀਂ ਆਇਆ ਹਾਲੇ ਤੱਕ ਬਿਆਨ? ਜਸ ਜੀ, ਤੁਸੀਂ ਕਹਿੰਦੇ ਹੋ ਵੀ ਇਹਦੇ ਬਾਰੇ ਬਿਆਨ ਆਊਗਾ, ਮੈਨੂੰ ਤਾਂ ਹੋਰ ਹੀ ਡਰ ਲੱਗੀ ਜਾਂਦਾ। ਕਾਂਗਰਸ ਦੀ ਜਿਹੜੀ ਪਿਛਲੇ 5 ਸਾਲਾਂ ਦੀ ਅਸੀਂ ਹਿਸਟਰੀ ਫਰੋਲੀਏ, ਜਿਵੇਂ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪੂਰੀ ਸਟੇਟ ਦੇ ਵਿੱਚ। ਆਪਾਂ ਅੱਜ RTE ਪਾਵਾਂਗੇ, ਇੱਕ ਤੁਹਾਡੇ ਸਾਹਮਣੇ ਰਿਕਾਰਡ ਆ ਜਾਣਗੇ, ਪਿਛਲੇ 5 ਸਾਲਾਂ ਦੇ ਵਿੱਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕਿੰਨੇ ਵਾਰੀ ਕੋਸ਼ਿਸ਼ ਕੀਤੀ ਗਈ ਅਤੇ ਕਿੰਨੇ ਵਾਰੀ ਉਹਦੇ ਪਰਚੇ ਦਰਜ ਹੋਏ। ਜੇ 100 ਵਾਰੀ ਕੰਪਲੇਂਟ ਹੋਈ ਹੈ ਨਾ ਜੀ, 2 ਵਾਰੀ ਪਰਚੇ ਵੀ ਨਹੀਂ ਦਰਜ ਹੋਏ। ਕਿਵੇਂ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਹਿੰਦੂਆਂ ਨੂੰ, ਹਿੰਦੂ ਲੀਡਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸ ਵੱਲੋਂ ਇਹ ਮੈਨੂੰ ਲੱਗਦਾ ਪ੍ਰੀ ਪਲਾਨਡ ਚੱਲ ਰਿਹਾ। ਤੁਸੀਂ ਕਹਿੰਦੇ ਹੋ ਇਹਦੇ 'ਤੇ ਕੋਈ ਸਟੇਟਮੈਂਟ ਆਉਣੀ ਚਾਹੀਦੀ ਸੀ। ਮੈਨੂੰ ਇਹ ਲੱਗ ਰਿਹਾ ਕਿਤੇ ਮੁਸਤਫਾ ਨੂੰ ਚੱਕ ਕੇ ਸਿੱਧੂ ਕੋਈ ਵੱਡਾ ਅਹੁਦਾ ਹੀ ਨਾ ਦੇ ਦੇ ਕਾਂਗਰਸ ਪਾਰਟੀ, ਵੀ ਬੜਾ ਵਧੀਆ ਸਾਡੀ ਸੋਚ 'ਤੇ ਪਹਿਰਾ ਦੇ ਰਿਹਾ। ਦੇਖੋ ਜੀ, ਜਿਹੜਾ ਬੰਦਾ ਆਪਣੀ ਟੀਮ ਦੇ ਲਈ ਕੰਮ ਕਰਦਾ, ਜਿਹੋ ਜਿਹੀ ਸਿੱਖਿਆ ਉਹਨੂੰ ਦਿੱਤੀ ਜਾ ਰਹੀ ਹੈ, ਉਹੋ ਜਿਹੀਆਂ ਉਹਦੀਆਂ ਸਟੇਟਮੈਂਟਾਂ। ਮੈਂ ਤਾਂ ਮੰਨਦਾ ਨਹੀਂ ਵੀ ਐਡਾ ਸੀਨੀਅਰ ਆਫਿਸਰ ਕੋਈ ਜਿਹੜਾ ਰਿਟਾਇਰ ਹੋਇਆ ਹੋਇਆ ਹੋਵੇ, DGP ਰੈਂਕ ਦਾ ਬੰਦਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਸਲਾਹਕਾਰ ਹੋਵੇ, ਤੁਹਾਨੂੰ ਲੱਗਦਾ ਬਿਨਾਂ ਸੋਚੇ ਸਮਝੇ ਇਹ ਮਤਲਬ ਸਟੇਟਮੈਂਟ ਦਿੱਤੀ ਗਈ ਹੈ? ਤਾਂ ਇਸ ਲਈ ਇਹ ਦੇਖਣ ਨੂੰ ਮਿਲ ਸਕਦਾ 5-7 ਦਿਨਾਂ ਨੂੰ। ਇੱਥੋਂ ਹੀ ਸਾਨੂੰ ਕਲੀਅਰ ਹੋਊਗਾ ਕਾਂਗਰਸ ਇਹਨਾਂ ਦੀ ਮੀਆਂ ਬੀਬੀ ਦੀ ਟਿਕਟ ਕੱਟਦੀ ਹੈ ਕਿ ਇਹਨਾਂ ਨੂੰ ਹੋਰ ਵੀ ਅਹੁਦਿਆਂ ਨਾਲ ਨਵਾਜ਼ਦੀ ਹੈ। ਜਿਹੜਾ ਹੁਣ ਪਰਚਾ ਦਰਜ ਹੋਇਆ, ਹਿੰਦੂ ਭਾਈਚਾਰਾ ਖਾਸ ਕਰ ਸੈਟੀਸਫਾਈਡ ਹੋ? ਬਹੁਤ ਸ਼ਲਾਘਾਯੋਗ ਕੰਮ ਹੈ। ਦੇਖੋ, ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ, ਕਿਉਂਕਿ ਤੁਹਾਨੂੰ ਦੱਸਿਆ ਵੀ ਸਾਡੇ ਤਾਂ ਹਜ਼ਾਰਾਂ ਪਰਚੇ ਪਏ ਆ ਜਿਹੜੇ ਦਿੱਤੇ ਨਹੀਂ ਗਏ। ਇੱਕ ਮੌਜੂਦਾ DGP ਦੇ ਉੱਤੇ, ਸਾਬਕਾ DGP ਜਿਹੜਾ ਆਪਦੀ ਫੋਰਸ ਦਾ DGP ਰਿਹਾ ਹੋਵੇ, ਇੱਕ ਸੀਨੀਅਰ IPS ਆਫਿਸਰ, ਉਹਦੇ ਉੱਤੇ 125 ਜਿਹੜਾ ਹੈਗਾ ਜਿਹੜਾ ਹੈਗਾ ਪਬਲਿਕ ਰਿਪਰੈਜ਼ੈਂਟੇਸ਼ਨ ਦਾ ਆਈ ਥਿੰਕ ਐਕਟ ਹੈ 125 1951 ਦਾ, ਐਂਡ 153 ਇਹਦਾ ਪਰਚਾ ਦੇ ਦੇਣਾ ਬਹੁਤ ਵੱਡੀ ਗੱਲ ਹੈ, ਸ਼ਲਾਘਾਯੋਗ ਕੰਮ ਹੈ। SSP ਮਲੇਰਕੋਟਲਾ ਦਾ, ਪੰਜਾਬ ਪੁਲਿਸ, ਸਾਡੇ DGP ਸਾਹਿਬ ਪੰਜਾਬ ਦਾ, ਅਸੀਂ ਇਸ ਗੱਲੋਂ ਬੜੀ ਉਹਨਾਂ ਨੂੰ ਮਤਲਬ ਸ਼ਲਾਘਾ ਕਰਦੇ ਹਾਂ ਇਸ ਗੱਲ ਦੀ। ਪਰ ਇਹਦੇ ਨਾਲ ਹੀ ਇੱਕ ਬੇਨਤੀ ਕਰਦੇ ਹਾਂ ਕਿ ਇਹਨੂੰ ਜੇਲ੍ਹ ਵੀ ਦਿਖਾਈ ਜਾਵੇ, ਇਹਨੂੰ ਚੁੱਕ ਕੇ ਅੰਦਰ ਸੁੱਟਿਆ ਜਾਵੇ, ਠੀਕ ਹੈ, ਅਤੇ ਇਹਦੀ ਜਾਂਚ ਕੀਤੀ ਜਾਵੇ ਕਿ ਕਿਹੜੀ ਕੌਮ ਲਈ ਲੜਨ ਦੀਆਂ ਇਹ ਗੱਲਾਂ ਕਰ ਰਿਹਾ, ਕਿਹੜੀ ਕੌਮ ਦਾ ਫੌਜੀ ਬਣ ਕੇ ਇਹ ਕਿਹੜੀ ਕੌਮ ਦੇ ਖਿਲਾਫ ਜੰਗ ਵਿੱਢਣ ਨੂੰ ਫਿਰਦਾ ਇਹ। ਠੀਕ ਹੈ ਨਾ ਜੀ, ਅਸੀਂ ਵੀ ਕਰਦੇ ਹਾਂ, ਸਾਡੇ ਮੂੰਹੋਂ ਨਹੀਂ ਮੁਸਲਮਾਨਾਂ ਲਈ ਕੋਈ ਮਾੜਾ ਸ਼ਬਦ ਨਿਕਲ ਗਿਆ। ਅਸੀਂ ਕਹਿੰਦੇ ਹਾਂ ਹਰੇਕ ਬੰਦੇ ਨੂੰ ਆਪਦੇ ਧਰਮ ਦੀ ਲੜਾਈ ਲੜਨ ਦਾ ਹੱਕ ਹੈ, ਹਰੇਕ ਬੰਦੇ ਨੂੰ ਆਪਦੇ ਧਰਮ ਦੇ ਉੱਤੇ ਪਹਿਰਾ ਦੇਣਾ ਚਾਹੀਦਾ, ਹਰੇਕ ਦਾ ਇਹ ਜਦੋਂ ਜਿਹੜੇ ਧਰਮ 'ਚ ਪੈਦਾ ਹੋ ਗਏ, ਇਹ ਸਾਡੀ ਡਿਊਟੀ ਬਣਦੀ ਹੈ ਇਹ। ਪਰ ਕਿਸੇ ਧਰਮ ਨੂੰ ਮਾੜਾ ਬੋਲ ਕੇ, ਯਾਰ ਤੁਸੀਂ ਕਿਹੜੇ ਆਪਦੇ ਧਰਮ ਦੀਆਂ ਸੇਵਾ ਕਰਦੇ ਹੋ? ਕਿਹੜਾ ਧਰਮ ਸਿਖਾਉਂਦਾ ਤੁਹਾਨੂੰ ਦੂਸਰੇ ਧਰਮ ਬਾਰੇ ਮਾੜਾ ਬੋਲਣਾ? ਪਰ ਇਹ ਚੀਜ਼ਾਂ ਪਾਠਕ ਸਾਹਿਬ ਆਪਾਂ ਦੇਖਦੇ ਹਾਂ, ਇਹ ਚੀਜ਼ਾਂ ਆਪਾਂ ਅਕਸਰ ਵੋਟਾਂ ਵੇਲੇ ਕਿਉਂ ਦੇਖਦੇ ਹਾਂ? ਵੋਟਾਂ ਵੇਲੇ ਇਹ ਚੀਜ਼ਾਂ ਕਿਉਂ ਆਉਂਦੀਆਂ ਨੇ? ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਜੀ, ਉਹੀ ਇਹ ਗੱਲ ਉੱਥੇ ਆ ਜਾਂਦੀ ਹੈ। ਇਹ ਇੱਕ, ਤੁਸੀਂ ਮੈਥੋਂ ਪਤਾ ਨਹੀਂ ਕੀ ਸ਼ਬਦ ਮੇਰੇ ਮੂੰਹ 'ਚੋਂ ਕਢਵਾਉਣਾ ਚਾਹ ਰਹੇ ਹੋ, ਇੱਕ ਕਿਸੇ ਸਮੁਦਾਇ ਨੂੰ ਖੁਸ਼ ਕਰਨ ਦੇ ਲਈ, ਮਤਲਬ ਸਪੈਸ਼ਲੀ ਇੱਕ ਸਮੁਦਾਇ ਨੂੰ ਖੁਸ਼ ਕਰਨ ਦੇ ਲਈ ਜਿਹੜਾ ਹਿੰਦੂਆਂ ਦੇ ਬੜਾ ਖਿਲਾਫ ਹੈ, ਹਿੰਦੂਆਂ ਤੋਂ ਨਾ ਖੁਸ਼ ਹੈ, ਉਹ ਵੋਟ ਬੈਂਕ ਨੂੰ ਵਨ ਸਾਈਡਡ ਆਪਦੇ ਵੱਲ ਭੁਗਤਾਉਣ ਦੇ ਲਈ ਇਹ ਸੋਚੀ ਸਮਝੀ ਪਲੈਨਿੰਗ ਦੇ ਤਹਿਤ ਇਹ ਸ਼ਬਦਾਵਲੀ ਬੋਲੀ ਗਈ ਹੈ। ਪਾਠਕ ਸਾਹਿਬ, ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਮੇਰੇ ਨਾਲ ਐਡਵੋਕੇਟ ਸੰਦੀਪ ਪਾਠਕ ਹੋਰੀ ਸੀ, ਜਿਸ ਤਰ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਵੋਟਾਂ ਵੇਲੇ ਲੀਡਰਾਂ ਵੱਲੋਂ ਖਾਸ ਕਰ ਸ਼ਬਦਾਂ ਦੀ ਮਰਿਆਦਾ ਜਿਹੜੀ ਆ ਉਹ ਭੁੱਲੀ ਜਾਂਦੀ ਆ, ਤੇ ਜਿੱਥੇ ਇੱਕ ਕਮਿਊਨਿਟੀ ਜ਼ਰੂਰ, ਜਿਸ ਤਰ੍ਹਾਂ ਦੇ ਨਾਲ ਆਪਾਂ ਦੇਖਿਆ ਵੀਡੀਓ ਦੇ ਵਿੱਚ, ਵਾਹਵਾ ਜ਼ਰੂਰ ਕੀਤੀ ਆ, ਜਿਹੜੇ ਕੋਲੇ ਭੀੜ ਖੜੀ ਸੀ ਉਹਨੇ ਵਾਹਵਾ ਜ਼ਰੂਰ ਕੀਤੀ ਆ, ਪਰ ਜਿਹੜੀ ਹੈਗੀ ਆ ਚੋਟ ਜਿਹੜੀ ਆ ਉਹ ਕਿਸੇ ਨਾ ਕਿਸੇ ਕਮਿਊਨਿਟੀ ਦੇ ਉੱਪਰ ਲੱਗਦੀ ਹੈ। ਤੇ ਇਹ ਗਲੇ ਦੀ ਹੱਡੀ ਜਿਹੜੀ ਆ ਕਿਸ ਤਰ੍ਹਾਂ ਦੇ ਨਾਲ ਮੁਹੰਮਦ ਮੁਸਤਫਾ ਦੇ ਲਈ ਬਣਦੀ ਆ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਖਾਸ ਕਰ ਹਿੰਦੂ ਭਾਈਚਾਰੇ ਦੇ ਵਿੱਚ ਇੱਕ ਰੋਸ ਵੀ ਆ, ਜਿਸ ਤਰ੍ਹਾਂ ਦੇ ਨਾਲ ਪਾਠਕ ਸਾਹਿਬ ਨੇ ਕਿਹਾ ਕਿ ਪੰਜਾਬ ਪ੍ਰਧਾਨ ਦਾ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਿਹੜਾ ਹੈਗਾ ਆ ਉਹ ਨਹੀਂ ਆਇਆ, ਕਿਉਂਕਿ ਉਹਨਾਂ ਦੇ ਜਿਹੜੇ ਹੈਗੇ ਨੇ ਉਹ ਸਲਾਹਕਾਰ ਵੀ ਨੇ ਤੇ ਸਾਬਕਾ DGP ਵੀ ਨੇ, ਤੇ ਇੱਕ ਸਾਬਕਾ DGP ਵੱਲੋਂ ਇਸ ਤਰ੍ਹਾਂ ਦੇ ਬਿਆਨ ਦੇਣੇ ਕਿੰਨੇ ਕੁ ਸਹੀ ਨੇ? ਦੇਖਦੇ ਰਹੋ RMB ਟੈਲੀਵਿਜ਼ਨ। ਆਪਣੇ ਦੋਸਤ ਜਸ ਕਰੇਵੰਦ ਦਿਓ ਇਜਾਜ਼ਤ, ਧੰਨਵਾਦ ਜੀ।